तो ये जी एक लासानी कुर्बानी है तो एक जिहड़ा इतिहासिक फैसला ऑनरेबल प्राइम मिनिस्टर मोदी जी ने किया हैगा। ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਰ ਇੱਕ ਸ਼ਹੀਦਾਂ ਨੂੰ ਜਿਹੜਾ ਸਨਮਾਨ ਦੇਣਾ, ਉਹਨਾਂ ਦੇ ਬਾਰੇ ਪ੍ਰਚਾਰ ਕਰਨਾ। ਜੇ ਤੁਸੀਂ ਕਿਸੇ ਕੌਮ ਨੂੰ, ਕਿਸੇ ਮਜ਼ਹਬ ਨੂੰ, ਕਿਸੇ ਪ੍ਰਾਂਤ ਨੂੰ ਉਹਦੇ ਰਾਈਟਸ ਦੇ ਰਹੇ ਜੇ ਜਾਂ ਉਹਦੀਆਂ ਜਿਹੜੀਆਂ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰ ਰਹੇ ਜੇ, ਬਹੁਤ ਅੱਛੀ ਗੱਲ ਆ। ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪੂਰੀ ਦੁਨੀਆ ਜਾਣਦੀ ਹੈ। ਉਸ ਤੋਂ ਪਹਿਲਾਂ ਇੱਕ 3D ਜਿਹੜੀ ਡਾਕੂਮੈਂਟਰੀ ਫਿਲਮ ਵੀ ਬਣ ਚੁੱਕੀ ਹੈ, ਬੜੇ ਵਰਲਡ ਲੈਵਲ ਤੇ ਚੱਲ ਚੁੱਕੀ ਹੈ। ਔਰ ਸਾਡੇ ਸਿੱਖ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਹੈ ਉੱਥੇ ਸਾਡੇ ਗੁਰੂਆਂ ਦੀ, ਸਾਡੇ ਸਾਹਿਬਜ਼ਾਦਿਆਂ ਦੀ ਗੱਲ ਚੱਲਦੀ ਹੈ। ਮੋਦੀ ਜੀ ਤੋਂ ਪਹਿਲਾਂ 75 ਸਾਲਾਂ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ ਜਾਂ ਉਹਨਾਂ ਦੀ ਸ਼ਹਾਦਤ ਬਾਰੇ ਕਿਸੇ ਨੂੰ ਨੌਲੇਜ ਨਹੀਂ ਸੀ, ਔਰ ਸਾਨੂੰ ਗਿਆਨ ਨਹੀਂ ਹੈ ਜਿੰਨਾ ਭਾਜਪਾ ਦੇ ਲੀਡਰਾਂ ਨੂੰ। ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਤੋਂ ਬਿਨਾਂ ਵੀ ਦੁਨੀਆ ਦੇ ਵਿੱਚ ਜਿਹੜਾ 800 ਕਰੋੜ ਬੰਦਾ ਵਸਦਾ ਹੈਗਾ, ਉਹਨਾਂ ਨੂੰ ਵੀ ਇਹਨਾਂ ਸ਼ਹਾਦਤਾਂ ਬਾਰੇ ਚਾਨਣ ਹੋਵੇ। ਮੋਦੀ ਸਾਹਿਬ ਅੜੀਅਲ ਨੇ ਜਦੋਂ ਆਪਣੇ ਪੰਜਾਬ ਦੇ ਵਿੱਚੋਂ ਸਾਰੇ ਕਿਸਾਨ ਜਥੇਬੰਦੀਆਂ ਜਾ ਕੇ ਬੈਠੇ ਨੇ ਇੱਕ ਸਾਲ, ਉਦੋਂ ਵੀ ਇਹਨਾਂ ਅੜੀਅਲ ਰਵੱਈਆ ਸੀ, ਹਾਰ ਕੇ ਇਹਨਾਂ ਨੂੰ ਫਿਰ ਮੰਨਣਾ ਹੀ। ਜੇ ਅਗਰ ਤੁਸੀਂ ਸਾਹਿਬਜ਼ਾਦੀ ਲਿਖੋਗੇ ਤਾਂ ਇਟ ਮੀਨਸ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸਾਹਿਬਜ਼ਾਦੇ ਕੋਲ। ਸੋ ਇਹ ਤਾਂ ਇਹਨਾਂ ਦੀ ਹੈਗੀ ਹੈ, ਈਗੋ ਲਗਾ ਲਓ, ਜੋ ਮਰਜ਼ੀ ਲਗਾ ਲਓ, ਨਹੀਂ ਮੰਨਦਾ, ਚਲੋ ਵਾਹਿਗੁਰੂ ਭਲੀ ਕਰੇ। ਪੰਜਾਬ ਦੇ ਵਿੱਚ ਇਹਨਾਂ ਦੀ ਦਾਲ ਕਿਤੇ ਨਹੀਂ ਗਲ ਸਕਦੀ। ਆ ਇਲੈਕਸ਼ਨਾਂ ਆ ਰਹੀਆਂ ਨੇ, ਕੌਂਸਲ ਇਲੈਕਸ਼ਨ, ਤੁਹਾਨੂੰ ਇਹਨਾਂ ਦਾ ਪਤਾ ਲੱਗ ਜਾਣਾ। ਇੱਥੇ ਕਾਂਗਰਸ ਹੀ ਦੁਬਾਰਾ ਆਊਗੀ, ਕਿਉਂਕਿ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਝਾੜੂ ਉਹ ਤੀਲਾ ਤੀਲਾ ਹੋ ਚੁੱਕਾ ਹੈ। ਭਾਜਪਾ ਦੀ ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ, ਇਮੇਜ ਜਿਹੜੀ ਪੰਜਾਬ ਦੇ ਵਿੱਚ ਹੈ ਐਂਟੀ ਸਿੱਖ ਔਰ ਐਂਟੀ ਕਿਸਾਨ ਔਰ ਐਂਟੀ ਪੰਜਾਬ। ਕੋਈ ਪਾਰਟੀ ਦੀ ਵਿਚਾਰਧਾਰਾ ਨਹੀਂ, ਮਤਲਬ ਜੋ ਮਰਜ਼ੀ ਜਿਹੜਾ ਆਂਦਾ ਆਣ ਦਿਓ, ਬਾਈ ਹੁੱਕ ਔਰ ਬਾਈ ਕਰੁੱਕ ਉਹਨਾਂ ਦਾ ਇੱਕੋ ਏਮ ਹੁੰਦਾ ਵੀ ਅਸੀਂ ਇਲੈਕਸ਼ਨ ਜਿੱਤਣੀਆਂ ਨੇ, ਜਿਹੜਾ ਮਰਜ਼ੀ ਆ ਜੇ। ਸੋ ਜਦੋਂ ਲੋਕ ਜਲੀਲ ਹੁੰਦੇ ਆ ਨਾ ਪਾਰਟੀਆਂ ਦੇ ਵਿੱਚ, ਉਦੋਂ ਹੀ ਲੋਕ ਛੱਡਦੇ ਆ। ਅਦਰਵਾਈਜ਼ ਕੋਈ ਬੰਦਾ ਵਿਚਾਰਧਾਰਾ ਜਿੱਥੇ ਖੜਾ ਹੁੰਦਾ ਉਹਨੂੰ ਨਹੀਂ ਛੱਡਦਾ। ਬੀਜੇਪੀ ਦੇ ਵਿੱਚ ਚਾਹੇ ਕੋਈ ਪ੍ਰਾਈਮ ਮਿਨਿਸਟਰ ਚਾਹੇ ਕੋਈ ਸਿਧਾਰਥ ਵਰਕਰ ਹੈ, ਉਹ ਇੱਕੋ ਬਰਾਬਰ ਨੇ। ਇੱਥੇ ਕੋਈ ਅਹੁਦੇਦਾਰੀ ਉਸ ਤਰ੍ਹਾਂ ਦੀ ਨਹੀਂ ਹੈਗੀ, ਹਰ ਬੰਦਾ ਕਾਰਿਆ ਕਰਦਾ। ਜਿਹੜਾ ਬੰਦਾ ਆਪਣੀ ਪਾਰਟੀ ਦੇ ਵਿੱਚ ਖੜ ਕੇ ਕੰਮ ਕਰਦਾ ਉਹਦੀ ਵੈਲਿਊ ਆ, ਮੈਂ ਉਹਦੀ ਦੀਦ ਕਰਦਾ, ਮੈਂ ਉਹਦੀ ਕਦਰ ਕਰਦਾ। ਜਿਹੜਾ ਬੰਦਾ ਪਾਰਟੀ ਛੱਡ ਕੇ ਦੂਜੇ ਬੰਦੇ ਚਲੇ ਜਾਂਦਾ, ਜਲੀਲ ਉਹ ਹੁੰਦਾ। ਭਾਜਪਾ ਦੀ ਕਿਸੇ ਨੂੰ ਵਿਚਾਰਧਾਰਾ ਦਾ ਪਤਾ ਨਹੀਂ ਚੱਲਿਆ ਕਿ ਉਹਨਾਂ ਦੀ ਵਿਚਾਰਧਾਰਾ ਕੀ ਹੈ, ਕਿ ਕੀ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਜਾਂ ਕੋਈ ਹੋਰ ਵਿਚਾਰਧਾਰਾ ਹੈ। ਵਿਚਾਰਧਾਰਾ ਲੀਡਰ ਤੋਂ ਵੱਡੀ ਹੈ। ਫਿਰ ਤੁਸੀਂ ਕਾਂਗਰਸ ਦੇ ਵਿੱਚੋਂ ਤੇ ਅਕਾਲੀ ਦਲ ਦੇ ਵਿੱਚੋਂ ਲਿਆਂਦੇ ਹੋਏ ਲੀਡਰਾਂ ਨੂੰ ਆਪਣੇ ਵਰਕਰਾਂ ਦੇ ਸਿਰਾਂ ਤੇ ਕਿਉਂ ਬਿਠਾ ਰਹੇ ਹੋ? ਕਿਉਂ ਤੁਸੀਂ ਉਹਨਾਂ ਦੀ ਆਪਣੀ ਆਈਡੀਓਲੋਜੀ ਛੱਡ ਕੇ ਉਹਨਾਂ ਲੀਡਰਾਂ ਦੀ ਆਈਡੀਓਲੋਜੀ ਨੂੰ ਵੱਡਾ ਕਰ ਰਹੇ ਹੋ? 1996 ਤੋਂ ਲੈ ਕੇ ਅਟਲ ਬਿਹਾਰੀ ਵਾਜਪੇਈ ਦੇ ਨਾਲ ਤੇ 2020 ਤੱਕ ਇਹ ਬਿਨਾਂ ਵਿਚਾਰਧਾਰਾ ਸਮਝੇ ਤੋਂ ਬੀਜੇਪੀ ਨਾਲ ਲੱਗੇ ਰਹੇ। ਸਮਝੌਤੇ ਦੀ ਮੈਂ ਤੁਹਾਨੂੰ ਗੱਲ ਦੱਸੀ ਹੈ, ਉਹ ਭਾਈਚਾਰਕ ਸਮਝੌਤਾ ਸੀ, ਨਾ ਕਿ ਤੁਹਾਡੀ ਆਈਡੀਓਲੋਜੀ ਨਾਲ। ਇਹਨਾਂ ਨੇ ਪਰਨ ਲਿਆ ਹੋਇਆ ਕਾਂਗਰਸ ਮੁਕਤ ਵਾਲਾ, ਕਿ ਅਸੀਂ ਭਾਰਤ ਨੂੰ ਕਾਂਗਰਸ ਮੁਕਤ ਕਰ ਦੇਣਾ, ਜਦੋਂ ਕਿ ਅੱਜ ਤੱਕ ਮੈਂ ਕਾਂਗਰਸ ਦਾ ਸਪੋਰਟਰ ਨਹੀਂ ਹੈ, ਨਾ ਕਾਂਗਰਸ ਦਾ ਸਮਰਥਨ ਕਰਦਾ। ਕੋਈ ਵੀ ਪਾਰਟੀ ਨੂੰ ਕੋਈ ਵੀ ਦੂਸਰੀ ਪਾਰਟੀ ਮੁਕਤ ਨਹੀਂ ਕਰ ਸਕਦੀ। ਨਜ਼ਰੀਏ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ ਦੁਨੀਆ ਭਰ 'ਚ ਮਨਾਇਆ ਜਾ ਰਿਹਾ ਹੈ। ਨਤਮਸਤਕ ਹੋ ਰਹੇ ਲੱਖਾਂ ਸ਼ਰਧਾਲੂ ਫਤਿਹਗੜ੍ਹ ਸਾਹਿਬ ਹੋਵੇ, ਦੂਜੇ ਧਾਰਮਿਕ ਸਥਾਨ ਗੁਰਦੁਆਰਾ ਸਾਹਿਬਾਨ 'ਚ। ਇਸ ਵਾਰ ਜੇ ਆਪਾਂ ਸਰਕਾਰਾਂ ਦੀ ਗੱਲ ਕਰਦੇ ਹਾਂ ਤਾਂ ਨਿਵੇਖੀ ਗੱਲ ਇਹ ਵੀ ਰਹੀ ਹੈ ਕਿ ਕੇਂਦਰ ਸਰਕਾਰ ਵੱਲੋਂ ਕੌਮੀ ਪੱਧਰ 'ਤੇ ਪੂਰੀ ਸ਼ਰਧਾ ਤੇ ਹੁਮਾ ਕੇ ਇਹ ਦਿਹਾੜਾ ਮਨਾਇਆ ਗਿਆ। ਪੰਜਾਬ ਸਰਕਾਰ ਵੱਲੋਂ ਪਹਿਲੀ ਵਾਰ ਸੂਬਾ ਪੱਧਰ ਉੱਤੇ ਇਸ ਦਿਹਾੜੇ ਦੇ ਉੱਪਰ ਅੱਜ ਦੇ ਦਿਨ ਦੀ ਛੁੱਟੀ ਕੀਤੀ ਗਈ ਹੈ ਤਾਂ ਕਿ ਸ਼ਰਧਾਲੂ ਸ਼ਰਧਾਵਾਨ ਨਤਮਸਤਕ ਹੋ ਸਕਣ, ਆਪਣੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਸਕਣ। ਇਸ ਦੇ ਨਾਲ ਨਾਲ ਰਾਸ਼ਟਰੀ ਧਿਰਾਂ ਵੱਲੋਂ ਇੱਕ ਸਵਾਲ ਇਹ ਵੀ ਉੱਭਰ ਕੇ ਸਾਹਮਣੇ ਆ ਰਿਹਾ ਹੈ ਕਿ ਜਿਸ ਢੰਗ ਨਾਲ ਭਾਜਪਾ ਵੱਲੋਂ ਖਾਸ ਤੌਰ 'ਤੇ ਪੰਜਾਬ 'ਚ ਧਾਰਮਿਕ ਮਾਮਲਿਆਂ ਦੀ ਗੱਲ ਕਰ ਲਈਏ, ਜਿਸ ਤਰ੍ਹਾਂ ਉਤਸ਼ਾਹ ਵਿਖਾਇਆ ਜਾ ਰਿਹਾ ਹੈ ਜਾਂ ਲੀਡਰਸ਼ਿਪ ਦੀਆਂ ਤਬਦੀਲੀਆਂ ਦੀ ਗੱਲ ਕਰ ਲਈਏ ਤਾਂ ਕਿਧਰੇ ਭਾਜਪਾ ਦੀਆਂ ਨਜ਼ਰਾਂ ਪੰਜਾਬ ਦੇ ਉੱਤੇ ਵੀ ਟਿਕੀਆਂ ਆਉਣ ਵਾਲੇ ਸਮੇਂ 'ਚ ਤਬਦੀਲੀਆਂ ਨੂੰ ਲੈ ਕੇ। ਜਿਵੇਂ ਬਹਿਸ ਤੋਂ ਪਹਿਲਾਂ ਇਹ ਗੱਲ ਕਹਿ ਕੇ ਆਪਣੀ ਗੱਲ ਸਮੇਟਾਂ
ਕਿਸੇ ਸਮੇਂ ਕਾਂਗਰਸ ਦੇ ਕੱਦਾਵਰ ਨੇਤਾ ਰਹੇ ਸੁਨੀਲ ਜਾਖੜ ਅੱਜ ਕੱਲ੍ਹ ਭਾਜਪਾ 'ਚ ਨੇ। ਉਹਨਾਂ ਨੇ ਕਿਹਾ ਕਿ ਆਪ ਦਾ ਬਦਲ ਬਣ ਲਈ ਭਾਜਪਾ ਸਰਗਰਮੀ ਨਾਲ ਅੱਗੇ ਆ ਰਹੀ ਹੈ। ਇਹਨਾਂ ਸਾਰੇ ਮੁੱਦਿਆਂ ਦੇ ਪੈਨਲ ਤੇ ਮੇਰੀ ਬੇਨਤੀ ਪ੍ਰਵਾਨ ਕਰਕੇ ਜਿਹੜੇ ਮਹਿਮਾਨ ਆਏ ਆ ਉਹਨਾਂ ਦੀ ਜਾਣ ਪਛਾਣ ਕਰਾਉਣ ਤੋਂ ਪਹਿਲਾਂ ਮੈਂ ਦਰਸ਼ਕਾਂ ਦੇ ਧਿਆਨ ਗੋਚਰੇ ਲਿਆਉਣਾ ਚਾਹੁੰਦਾ ਹੈ ਕਿ ਆਮ ਆਦਮੀ ਪਾਰਟੀ ਸ਼ਾਇਦ ਉਹਨਾਂ ਦੇ ਰਜੇਵੇਂ ਇਸ ਤਰ੍ਹਾਂ ਹੈਗੇ ਹੈ ਕਿ ਉਹ ਇਸ ਮੁੱਦੇ ਤੇ ਇਸ ਡਿਬੇਟ 'ਚ ਆਉਣਾ ਸਮਾਂ ਦੇਣਾ ਉਹਨਾਂ ਨੇ ਮੁਨਾਸਬ ਨਹੀਂ ਸਮਝਿਆ। ਖੈਰ, ਜਿੱਦਾਂ ਆਪਣੀ ਡਿਬੇਟ ਦਾ ਨਜ਼ਰੀਆ ਸਭ ਦਾ ਆਪੋ ਆਪਣਾ, ਰਜੇਵੇਂ ਹੋਰ ਵੀ ਜ਼ਰੂਰੀ ਹੋ ਸਕਦੇ ਹੈ। ਪਰ ਜਿਹੜੇ ਮਹਿਮਾਨ ਆਏ ਆ ਆਪਾਂ ਉਹਨਾਂ ਦਾ ਜ਼ਰੂਰ ਸਵਾਗਤ ਕਰਦੇ ਹਾਂ। ਭਾਰਤੀ ਜਨਤਾ ਪਾਰਟੀ ਵੱਲੋਂ ਐਸ ਚੰਨੀ ਜੀ ਨੇ ਵੱਡਾ ਪ੍ਰਸ਼ਾਸਕੀ ਤਜਰਬਾ ਰੱਖਦੇ ਆ, ਜਾਣਿਆ ਪਛਾਣਿਆ ਚਿਹਰਾ ਕਿ ਇਸ ਮਠਾੜੂ ਜੀ ਸ਼੍ਰੋਮਣੀ ਅਕਾਲੀ ਦਲ ਦੇ ਕੱਦਾਵਾਰ ਜਿਹੜੇ ਸਪੋਕਸਪਰਸਨ ਇੱਕ ਜਾਣੇ ਪਹਿਚਾਣੇ ਚਿਹਰੇ ਨੇ ਨਰਿੰਦਰ ਸੰਧੂ, ਕਾਂਗਰਸ ਪਾਰਟੀ ਦੇ ਪ੍ਰਤੀਵਾਦ ਸਪੋਕਸਪਰਸਨ। ਸਾਰੇ ਮਹਿਮਾਨਾਂ ਦਾ ਜਿੱਥੇ ਮੈਂ ਤੁਹਾਡੇ ਵੱਲੋਂ ਧੰਨਵਾਦ ਤੇ ਜੀ ਆਇਆਂ ਆਖਦਾ ਹਾਂ। ਸਾਡੇ ਨਾਲ ਛੇਤੀ ਹੀ ਜਿਹੜਾ ਹੈਗਾ ਇਸ ਮੁੱਦੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ ਜੀ ਵੀ ਜੁਆਇਨ ਕਰ ਰਹੇ ਆ। ਸਾਰੇ ਮਹਿਮਾਨਾਂ ਦਾ ਧੰਨਵਾਦ, ਜੀ ਆਇਆਂ ਨੂੰ। ਚੰਨੀ ਸਾਹਿਬ, ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ ਹਾਂ। ਜਿੱਦਾਂ ਮੈਂ ਜ਼ਿਕਰ ਕੀਤਾ ਕਿ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ, ਜਦੋਂ ਆਪਾਂ ਸਰਕਾਰਾਂ ਦੀ ਗੱਲ ਕਰਦੇ ਹਾਂ ਕਿ ਅਕਸਰ ਪਹਿਲਾਂ ਧਾਰਮਿਕ ਪੱਧਰ 'ਤੇ ਦਿਹਾੜਾ ਜ਼ਰੂਰ ਮਨਾਇਆ ਜਾਂਦਾ ਰਿਹਾ, ਬਣਦਾ ਵੀ ਹੈ, ਪਰ ਸਰਕਾਰਾਂ ਨੇ ਐਤਕੀ ਨਿਵੇਕਲਾ ਸੁਨੇਹਾ ਦਿੱਤਾ। ਕਿਵੇਂ ਦੇਖਦੇ ਹੋ? ਪਰ ਕਿਧਰੇ ਇਹਦੇ ਨਾਲ ਜਿਹੜਾ ਹੈਗਾ ਪੋਲੀਟੀਕਲ ਮੈਸੇਜ ਵੀ ਗਿਆ। ਜਗਤਾਰ ਜੀ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕੋ ਪੈਨਲਿਸਟ ਔਰ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦਾ ਜੀ। ਔਰ ਮੈਂ ਨਤਮਸਤਕ ਹੁੰਦਾ ਆਪ ਔਰ ਆਪਣੀ ਪਾਰਟੀ ਵੱਲੋਂ ਜਿਹੜਾ ਵਿਰਾਗਮਈ ਸਾਡੇ ਦਿਨ ਚੱਲ ਰਹੇ ਨੇ, ਸਾਹਿਬਜ਼ਾਦਿਆਂ ਦੀ ਸ਼ਹਾਦਤ, ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਲੈ ਕੇ ਜਿਹੜਾ ਅਸੀਂ ਹਫਤਾ ਜਿਹੜਾ ਹੈਗਾ ਅਸੀਂ ਮਨਾ ਰਹੇ। ਮੈਂ ਕਹਿ ਸਕਦਾ ਕਿ ਬੜੀਆਂ ਸਰਕਾਰਾਂ ਆਈਆਂ ਹਿੰਦੁਸਤਾਨ ਦੇ ਵਿੱਚ, ਈਵਨ ਸਾਡੇ ਪ੍ਰਾਈਮ ਮਿਨਿਸਟਰ ਵੀ ਸਿੱਖ ਰਹੇ, ਹੋਰ ਵੀ ਬੜੇ ਉੱਚੇ ਉੱਚੇ ਅਹੁਦਿਆਂ ਤੇ ਸਾਰੀਆਂ ਪਦਵੀਆਂ ਤੇ ਸਿੱਖਾਂ ਨੂੰ ਸਨਮਾਨ ਮਿਲਿਆ ਵੱਖਰੀਆਂ ਪਾਰਟੀਆਂ ਵੱਲੋਂ। ਪਰ ਜਿਹੜਾ ਲਗਾ ਤੇ ਜਿਹੜਾ ਉਹਨਾਂ ਦਾ ਸ੍ਰੀ ਮੋਦੀ ਜੀ ਦਾ ਸਿੱਖਾਂ ਦੇ ਪ੍ਰਤੀ, ਸਿੱਖ ਗੁਰੂਆਂ ਦੇ ਪ੍ਰਤੀ ਤੇ ਸਾਹਿਬਜ਼ਾਦਿਆਂ ਦੇ ਪ੍ਰਤੀ, ਮਾਤਾ ਗੁਜਰ ਕੌਰ ਦੇ ਪ੍ਰਤੀ ਜਿਹੜਾ ਉਹਨਾਂ ਦਾ ਅਥਾਹ ਸ਼ਰਧਾ ਤੇ ਵਿਸ਼ਵਾਸ ਹੈ ਜੀ, ਉਹ ਸਾਨੂੰ ਸ਼ਾਇਦ ਪਹਿਲਾਂ ਅਸੀਂ ਮਿਸ ਕੀਤਾ ਹੈ ਜਿਹੜੇ 75 ਸਾਲਾਂ ਦੀ ਆਜ਼ਾਦੀ ਦੇ ਵਿੱਚ ਅਸੀਂ ਰਹੇ। ਔਰ ਉਹਨਾਂ ਨੇ 319ਵਾਂ ਜਿਹੜਾ ਦਿਨ ਹੈਗਾ, ਉਹ ਧਿਆਨ ਚੰਦ ਜਿਹੜਾ ਸਟੇਡੀਅਮ ਹੈ ਦਿੱਲੀ ਦੇ ਵਿੱਚ, ਉਹਦੇ ਵਿੱਚ 319 ਬੱਚਿਆਂ ਦੇ ਕੀਰਤਨ ਦੇ ਨਾਲ ਤੇ ਬਹੁਤ ਲੋਕਾਂ ਦੀ ਸ਼ਿਰਕਤ ਦੇ ਨਾਲ ਇਹ ਜਿਹੜਾ ਹੈਗਾ ਮਨਾਇਆ ਗਿਆ। ਤਾਂ ਮੈਂ ਇਹ ਕਹਿ ਸਕਦਾ ਹਾਂ ਕਿ ਜੋ ਐਕਟੀਵਿਟੀਜ਼, ਜੋ ਕੰਮ ਮੋਦੀ ਜੀ ਵੱਲੋਂ ਪੰਜਾਬ ਦੇ ਵਾਸਤੇ, ਸਿੱਖ ਸੰਗਤ ਦੇ ਵਾਸਤੇ ਜਾਂ ਵਰਲਡ ਵਾਈਡ ਜਿਹੜੀ ਸਾਡੀ ਸਿੱਖ ਸੰਗਤ ਹੈ, ਜਿਸ ਤਰ੍ਹਾਂ ਇਹ ਜਿਹੜਾ ਸਾਡਾ ਵੀਰ ਬਾਲ ਦਿਵਸ ਹੈਗਾ, ਉਹ ਵੀ ਸਾਰੀਆਂ ਐਮਬੈਸੀਆਂ ਦੇ ਵਿੱਚ ਔਰ ਵਿਦੇਸ਼ਾਂ ਦੇ ਵਿੱਚ ਵੀ ਸਰਕਾਰੀ ਪੱਧਰ ਤੇ ਵੀ ਮਨਾਇਆ ਗਿਆ। ਔਰ ਇਹਦੇ ਨਾਲ ਕੀ ਹੋਏਗਾ ਕਿ ਦੇਖੋ, ਅਜੇ ਤੱਕ ਗੁਰੂ ਸਾਹਿਬ ਨੂੰ ਸਾਰੇ ਜਾਣਦੇ ਸੀ, ਪਰ ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੀ ਜਿਹੜੀ ਕੁਰਬਾਨੀ ਸਭ ਤੋਂ ਵੱਡੀ ਹੈ, ਕਿਉਂਕਿ ਜਿੰਨੀ 7 ਸਾਲ ਦੀ ਉਮਰ, 9 ਸਾਲ ਦੀ ਉਮਰ, 17 ਸਾਲ ਦੀ ਉਮਰ, 15 ਸਾਲ ਦੀ ਉਮਰ, ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਬਿਨਾਂ ਕਿਸੇ ਭੈ ਤੋਂ, ਔਰ ਜਿੱਦਾਂ ਉਹਨਾਂ ਨੇ ਕਿਹਾ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਵਜ਼ੀਰ ਖਾਨ ਨੂੰ ਵੀ, ਔਰ ਉਹਨਾਂ ਨੇ ਜੁੱਤੀ ਦੀ ਜਿਹੜੀ ਨੋਕ ਸੀ ਨਾ, ਉਹ ਅੱਗੇ ਉਹਦੇ ਕਰਕੇ, ਉਹ ਜਦੋਂ ਉਹਨਾਂ ਨੂੰ ਕਚਹਿਰੀ 'ਚ ਬੁਲਾਇਆ ਗਿਆ, ਉਹ ਅੱਗੇ ਕਰਕੇ ਆਏ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ, ਅਸੀਂ ਤਾਂ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਹੈ, ਸਾਨੂੰ ਤਾਂ ਇੱਕੋ ਹੀ ਧਰਮ ਜਿਹੜਾ ਹੈਗਾ ਪਤਾ ਹੈ ਤੇ ਅਸੀਂ ਬਣੇ ਹੀ ਹੈਗੇ ਆ ਦੂਸਰੇ ਧਰਮਾਂ ਦੀ ਰਾਖੀ ਕਰਨ ਦੇ ਵਾਸਤੇ। ਤੋ ਇਹ ਜਿਹੜੀ ਇੱਕ ਲਾਸਾਨੀ ਕੁਰਬਾਨੀ ਹੈ ਤੇ ਇੱਕ ਜਿਹੜਾ ਇਤਿਹਾਸਿਕ ਫੈਸਲਾ ਆਨਰੇਬਲ ਪ੍ਰਾਈਮ ਮਿਨਿਸਟਰ ਮੋਦੀ ਜੀ ਨੇ ਕੀਤਾ ਹੈਗਾ, ਤੇ ਉਹਨਾਂ ਦਾ ਜਿਹੜਾ ਮੈਂ ਕਹਿ ਰਿਹਾ ਜਿਵੇਂ ਪਹਿਲਾਂ ਕਿ ਸਨੇਹ ਜਿਹੜਾ ਹੈਗਾ ਸਿੱਖ ਧਰਮ ਦੇ ਬਾਰੇ ਦੇ ਵਿੱਚ, ਤੁਸੀਂ ਹੈਰਾਨ ਹੋਵੋਗੇ ਕਿ ਜਿੰਨੇ ਵੱਡੇ ਲੀਡਰ ਨੇ, ਜੇ ਤੁਸੀਂ ਕਿਸੇ ਨਾਲ ਬਹਿ ਲਓ ਤਾਂ ਉਹਨਾਂ ਨੂੰ ਇੰਨੀ ਕੁ ਨੌਲੇਜ ਹੈ ਸਾਡੇ ਧਰਮ ਬਾਰੇ ਜਾਂ ਪੰਜਾਬ ਪ੍ਰਤੀ, ਜਿਹੜੀ ਸ਼ਾਇਦ ਸਾਨੂੰ ਵੀ ਨਾ ਹੋ। ਜੀ ਜੀ। ਤੋ ਉਹਨਾਂ ਦਾ ਜਿਹੜਾ ਇਹ ਜਿਹੜੀ ਸਾਰੀ ਵਿਚਾਰਧਾਰਾ ਬਣੀ ਹੈ, ਉਹਦੇ ਕਰਕੇ ਹੀ ਜਿਹੜਾ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਿਆ ਗਿਆ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ, ਫਿਰ ਜਿਹੜਾ FCRA ਦਾ ਸਾਨੂੰ ਬੈਨੀਫਿਟ ਮਿਲਿਆ, ਜਿਹੜਾ ਲੰਗਰ ਤੇ ਟੈਕਸ ਲੱਗਦਾ ਸੀ ਉਹਦਾ
ਬੈਨੀਫਿਟ ਮਿਲਿਆ, ਜਿਹੜੀ ਬਲੈਕ ਲਿਸਟ ਸੀਗੀ ਬੜੇ ਸਾਲਾਂ ਦੀ ਪਈ ਉਹ ਖਤਮ ਕੀਤੀ। ਤੇ ਇਹ ਜਿਹੜੀਆਂ ਸਾਰੀਆਂ ਗੱਲਾਂ ਹੈਗੀਆਂ ਨੇ ਉਹ ਉਹਨਾਂ ਦੇ ਨਾਲ ਉਹ ਦਿਖਾਉਂਦਾ ਹੈਗਾ ਕਿ ਪੰਜਾਬ ਪ੍ਰਤੀ ਉਹਨਾਂ ਦਾ ਮੋਹ ਹੈ, ਪਿਆਰ ਹੈ। ਥੈਂਕ ਯੂ ਚੰਨੀ ਸਾਹਿਬ। ਬਿਲਕੁਲ ਇੱਕ ਸੁਨੇਹਾ ਜਿਹੜਾ ਤੁਹਾਡੇ ਕਮੈਂਟਸ ਦੇ ਰਾਹੀਂ ਜਾ ਰਿਹਾ ਹੈ, ਬਿਲਕੁਲ ਆਪਣੀ ਜਗ੍ਹਾ ਤੇ ਤੁਸੀਂ ਸਹੀ ਵਜ੍ਹਾ ਫਰਮਾ ਰਹੇ ਹੋ। ਕੇਂਦਰ ਸਰਕਾਰ, ਪੰਜਾਬ ਸਰਕਾਰ ਆਪਣੇ ਆਪਣੇ ਢੰਗ ਨਾਲ ਪਹਿਲੀ ਵਾਰ ਕੋਈ ਨਿਵੇਕਲਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਪਰ ਚੰਨੀ ਜੀ ਦਾ ਇਹ ਵੀ ਕਹਿਣਾ ਹੈ ਕਿ ਕਿਧਰ ਇਹ ਵੀ ਹੈ ਕਿ ਪਹਿਲੀ ਕੇਂਦਰ ਦੀ ਸਰਕਾਰ ਹੈ 75 ਸਾਲਾਂ ਦੇ ਦੌਰਾਨ ਕਿ ਜਿਸ ਢੰਗ ਨਾਲ ਇਹ ਦਿਵਸ ਮਨਾਇਆ ਗਿਆ, ਦਿਹਾੜਾ ਮਨਾਇਆ ਗਿਆ, ਜਿਹੜਾ ਯਾਦ ਕੀਤਾ ਗਿਆ ਸ਼ਹਾਦਤ ਨੂੰ, ਪਹਿਲਾਂ ਇਸ ਨੂੰ ਅਣਗੌਲਿਆ ਕੀਤਾ ਗਿਆ ਜਾਂ ਇਸ ਪਾਸੇ ਉਸ ਤਰ੍ਹਾਂ ਤਵੱਜੋ ਨਹੀਂ ਦਿੱਤੀ ਗਈ ਜੋ ਕੌਮੀ ਪੱਧਰ ਤੇ ਬਣਦੀ ਸੀ। ਜਰਨਲਿਸਟ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਵਾਕਿਆ ਜਿਵੇਂ ਅੱਜ ਚੰਨ ਜੀ ਨੇ ਕਿਹਾ, ਸਾਡੇ ਅੱਜ ਜਿਹੜੇ ਸ਼ਹਾਦਤ ਤੇ ਜਿਹੜੇ ਹਫ਼ਤਾ ਚੱਲ ਰਿਹਾ ਹੈ, ਸਾਡੇ 4 ਸਾਹਿਬਜ਼ਾਦਿਆਂ ਦੀ ਦਾ ਵਿਰੋਧ ਜਿਹੜਾ ਸਾਡਾ ਮਈ ਹਫ਼ਤਾ ਚੱਲ ਰਿਹਾ ਉਹਦੇ ਵਿੱਚ ਤੁਸੀਂ ਆ ਜਿਹੜੇ ਡਿਬੇਟ ਰੱਖੀ ਆ, ਦੇਖੋ ਗੱਲ ਇਹ ਆ ਵੀ ਮੋਦੀ ਜੀ ਪੰਜਾਬ ਵਾਸਤੇ ਜਾਂ ਪੰਜਾਬੀਆਂ ਵਾਸਤੇ ਜਾਂ ਸਿੱਖਾਂ ਵਾਸਤੇ ਉਦਾਰਸੀਨ ਨੇ, ਜਾਂ ਉਹਨਾਂ ਨੇ ਅੱਜ ਜਿਹੜਾ ਆ ਕਦਮ ਚੁੱਕਿਆ ਜਾਂ ਹੋਰ ਵੀ ਚੁੱਕੇ, ਚੰਗੀ ਗੱਲ ਆ। ਪੰਜਾਬ ਵਾਸਤੇ ਕੰਮ ਕਰਨਾ ਬਹੁਤ ਸੋਹਣੀ ਗੱਲ ਆ। ਕੋਈ ਵੀ ਕਰੇ, ਕੋਈ ਵੀ ਕਿਸੇ ਪਾਰਟੀ ਦਾ ਵੀ ਕਰੇ, ਮੈਂ ਉਹਨੂੰ ਐਪਰੀਸ਼ੀਏਟ ਕਰਦਾ। ਪਰ ਨਾਲ ਦੀ ਨਾਲ ਹੀ ਕਿਤੇ ਇਹ ਨਾ ਹੋਵੇ, ਜਿਸ ਤਰ੍ਹਾਂ ਤੁਸੀਂ ਡਿਬੇਟ 'ਚ ਪਹਿਲੋਂ ਕਿਹਾ ਵੀ ਇਹਦਾ ਕੋਈ ਸਿਆਸੀ ਲੈਣਾ ਉਹਨਾਂ ਦਾ ਮੰਤਵ ਹੋਵੇ। ਦੇਖੋ, ਜੇ ਸਿਆਸੀ ਲੈਣਾ ਮੰਤਵ ਹੈ ਫਿਰ ਇਹ ਗੱਲ ਬਿਲਕੁਲ ਗਲਤ ਆ। ਜੇ ਤੁਸੀਂ ਕਿਸੇ ਕੌਮ ਨੂੰ, ਕਿਸੇ ਮਜ਼ਹਬ ਨੂੰ, ਕਿਸੇ ਪ੍ਰਾਂਤ ਨੂੰ ਉਹਦੇ ਰਾਈਟਸ ਦੇ ਰਹੇ ਜੇ, ਜਾਂ ਉਹਦੀਆਂ ਜਿਹੜੀਆਂ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰ ਰਹੇ ਜੇ, ਬਹੁਤ ਅੱਛੀ ਗੱਲ ਆ। ਇਹਦੇ ਵਿੱਚ ਕੋਈ ਵੀ ਕਿੰਤੂ ਪਰੰਤੂ ਮੈਂ ਨਹੀਂ ਕਰਨਾ ਚਾਹੁੰਦਾ, ਖਾਸ ਤੌਰ ਤੇ ਇਹੋ ਜਿਹੇ ਦਿਹਾੜਿਆਂ ਤੇ ਜਿਹੜੇ ਸਾਡੇ ਵਾਸਤੇ ਬੜੇ ਪੇਨਫੁਲ ਨੇ, ਬੜੇ ਸ਼ਹਾਦਤ ਤੇ, ਕਿਉਂਕਿ ਇਹ ਹਫ਼ਤਾ ਚੱਲ ਰਿਹਾ। ਇਹਦੇ ਵਾਸਤੇ ਮੈਂ ਡਿਬੇਟ ਦੇ ਵਿੱਚ ਕੋਈ ਸ਼ਬਦ ਨਹੀਂ ਵਰਤਣਾ ਚਾਹੁੰਦਾ, ਰਾਜਨੀਤਿਕ ਸ਼ਬਦ ਮੈਂ ਨਹੀਂ ਵਰਤਣਾ ਚਾਹੁੰਦਾ ਜੀ। ਸੋ ਇਸ ਕਰਕੇ ਜਿਹੜੇ ਇਹਨਾਂ ਨੇ ਕੰਮ ਕੀਤਾ ਮੈਂ ਉਹਨਾਂ ਨੂੰ ਐਪਰੀਸ਼ੀਏਟ ਕਰੂੰਗਾ। ਇਹ ਠੀਕ ਸੀ ਕਦਮ, ਕੋਈ ਇਹਨਾਂ ਨੇ ਗਲਤ ਗੱਲ ਨਹੀਂ ਕੀਤੀ। ਰਹੀ ਕਾਂਗਰਸ ਦੀ ਗੱਲ, ਕਾਂਗਰਸ ਵੀ ਆਪਣੇ ਆਪਣੇ ਸਮੇਂ ਤੇ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬਹੁਤ ਕੁਝ ਕੀਤਾ ਸਿੱਖਾਂ ਵਾਸਤੇ, ਪੰਜਾਬ ਵਾਸਤੇ, ਕਿਸੇ ਤੋਂ ਭੁੱਲਿਆ ਨਹੀਂਗਾ। ਔਰ ਇੱਕ ਪ੍ਰਧਾਨ ਮੰਤਰੀ ਦਾ ਇਹ ਫਰਜ਼ ਹੁੰਦਾ ਹੈ ਵੀ ਆਪਣੇ ਦੇਸ਼ ਵਾਸਤੇ, ਆਪਣੇ ਪ੍ਰਾਂਤ ਵਾਸਤੇ, ਆਪਣੇ ਲੋਕਾਂ ਵਾਸਤੇ, ਕੌਮਾਂ ਵਾਸਤੇ ਕਰਨਾ। ਇਹ ਕੋਈ ਉਹਨਾਂ ਨੇ ਨਵਾਂ ਨਹੀਂ ਮੋਦੀ ਜੀ ਨੇ ਕੀਤਾ, ਇਹ ਜਿਸ ਤਰ੍ਹਾਂ ਕਹਿ ਰਹੇ ਨੇ ਚੰਨੀ ਸਾਹਿਬ, ਉਹਨਾਂ ਨੇ ਨਵਾਂ ਕੀਤਾ, ਕੁਝ ਨਵਾਂ ਨਹੀਂ ਕੀਤਾ। ਹਰ ਪ੍ਰਧਾਨ ਮੰਤਰੀ ਆਪਣੇ ਦੇਸ਼ ਵਾਸਤੇ, ਆਪਣੇ ਕੌਮ ਵਾਸਤੇ ਜ਼ਰੂਰ ਕਰਦਾ। ਜੀ ਮਠਾੜੂ ਸਾਹਿਬ, ਇਸੇ ਨਜ਼ਰੀਏ ਤੋਂ ਮੈਂ ਤੁਹਾਡੇ ਤੋਂ ਵੀ ਸਵਾਲ ਲੈਣਾ ਚਾਹਾਂਗਾ ਤੇ ਚੰਨੀ ਸਾਹਿਬ ਨੇ ਗੱਲ ਕੀਤੀ ਹੈ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਇਸ ਮੁੱਦੇ ਤੇ ਸ਼ਹਾਦਤ ਦਾ ਦਿਹਾੜਾ ਤਾਂ ਹੈ ਹੀ ਹੈ, ਪਰ ਸਵਾਲ ਇਹ ਪੈਦਾ ਹੁੰਦਾ ਕਿ ਜਿਸ ਤਰੀਕੇ ਨਾਲ ਇਸ ਦਾ ਨਜ਼ਰੀਆ ਪੇਸ਼ ਕੀਤਾ ਜਾ ਰਿਹਾ ਹੈ ਉਹ ਵੀ ਇੱਕ ਆਪਣੇ ਆਪ 'ਚ ਵੱਡਾ ਸਵਾਲ ਹੈ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਸ਼ਹਾਦਤ ਦੇ ਦਿਨ ਨੇ, ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਿਹੜੇ ਦਸ਼ਮੇਸ਼ ਦੇ ਛੋਟੇ ਸਾਹਿਬਜ਼ਾਦੇ ਸੀ, ਉਹਨਾਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਅੱਜ ਦੇ ਦਿਨ, ਉਹਨਾਂ ਦੀ ਸ਼ਹਾਦਤ ਔਰ ਮਾਤਾ ਗੁਜਰੀ ਦੀ ਸ਼ਹਾਦਤ, ਤਾਂ ਉਹਨਾਂ ਨੂੰ ਅਸੀਂ ਨਮਨ ਕਰਦੇ ਹਾਂ। ਔਰ ਸਭ ਤੋਂ ਪਹਿਲਾਂ ਉਹਨਾਂ ਦਿਨਾਂ ਦੇ ਸਾਰਿਆਂ ਨੂੰ ਮੈਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਗੀ ਗੱਲ ਹੈ। ਵੈਸੇ ਅੱਜ ਦੇ ਦਿਨ ਇਹ ਡਿਬੇਟ, ਮੈਂ ਸੰਧੂ ਸਾਹਿਬ ਨਾਲ ਬਿਲਕੁਲ ਸਹਿਮਤ ਹਾਂ ਕਿ ਅੱਜ ਦੇ ਦਿਨ ਇਹ ਡਿਬੇਟ ਅਗਰ ਆਪਾਂ ਤਰਕ ਕਰੀਏ ਰਾਜਨੀਤਿਕ ਤੌਰ ਤੇ ਠੀਕ ਨਹੀਂ ਲੱਗਦਾ। ਪਰੰਤੂ ਇੱਕ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ, ਦੇਖੋ ਅੱਜ ਤੁਸੀਂ ਡਿਬੇਟ ਰੱਖੀ ਹੈ, ਵਿਸ਼ਾ ਕੀ ਹੈ? ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ। ਚੰਨੀ ਸਾਹਿਬ ਸਾਡੇ ਬਹੁਤ ਸਤਿਕਾਰਯੋਗ ਹੈ, ਬੀਜੇਪੀ ਤੋਂ ਬੁਲਾ ਰਿਹਾ ਹੈ, ਇਹਨਾਂ ਨੇ ਵੀ ਆਪਣੀ ਸ਼ਬਦਾਵਲੀ ਦੇ ਵਿੱਚ, ਸ਼ਬਦਾਂ ਦੇ ਵਿੱਚ ਜਿੰਨੇ ਵਾਰ ਵੀ ਵਰਤਿਆ ਸਾਹਿਬਜ਼ਾਦਾ ਸ਼ਹਾਦਤ ਦਿਵਸ, ਸਾਹਿਬਜ਼ਾਦਿਆਂ ਦੀ ਸ਼ਹਾਦਤ। ਪਰ ਇੱਕ ਗੱਲ ਸਮਝ ਨਹੀਂ ਆ ਰਹੀ, ਜਿਸ ਦਿਨ ਇਹ ਨੋਟੀਫਿਕੇਸ਼ਨ ਕੀਤਾ ਸੈਂਟਰ ਗਵਰਨਮੈਂਟ ਨੇ ਕਿ ਬਾਲਵੀਰ ਦਿਵਸ, ਸੋ ਇਹ ਕਿਤੇ ਨਾ ਕਿਤੇ ਇੱਕ ਕੌਮ ਨੂੰ, ਸਿੱਖ ਕੌਮ ਨੂੰ ਲਗਾ ਲਓ, ਆਪਾਂ ਨੂੰ ਲਗਾ ਲਓ, ਇੱਕ ਛੋਟੇ ਕਰਨ ਵਾਲੀ ਗੱਲ ਲੱਗੀ। ਬਾਲਵੀਰ, ਉਹਨਾਂ ਨੂੰ ਆਮ ਸਧਾਰਨ ਬਾਲਕਾਂ ਦੇ ਨਾਲ ਨਹੀਂ, ਉਹ ਸਾਡੇ ਬਾਬੇ ਆ, ਅਸੀਂ ਉਹਨਾਂ ਨੂੰ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਬਾਬਾ ਅਜੀਤ ਸਿੰਘ, ਉਹਨਾਂ ਨੂੰ ਬਾਬਾ ਜੁਝਾਰ ਸਿੰਘ ਇਸ ਤਰ੍ਹਾਂ ਸੰਬੋਧਨ ਕਰਦੇ ਆ। ਉਹ ਸਾਡੇ ਬੜੇ ਉੱਚ ਲੈਵਲ ਦੇ ਨੇ, ਉਹਨਾਂ ਨੂੰ ਇੱਕ ਬਾਲਵੀਰ ਕਹਿਣਾ, ਇਹ ਨਾਮ, ਚਲੋ ਮੈਂ ਸਤਿਕਾਰ ਕਰਦਾ ਇਹਨਾਂ ਦਾ। ਕਹਿੰਦੇ ਵੀ ਅਸੀਂ ਮੋਦੀ ਜੀ ਆ ਜਿਹੜੇ
ਸਿੱਖ ਧਰਮ ਦਾ, ਸਿੱਖ ਕੌਮ ਦਾ ਬਹੁਤ ਸਤਿਕਾਰ ਕਰਦੇ ਆ, ਬੜਾ ਪਿਆਰ ਕਰਦੇ ਆ। ਜੀ। ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਹੈਗੇ ਆ, ਸਿਰਮੌਰ ਸੰਸਥਾ ਦੇ ਜਥੇਦਾਰ, ਜਿਨ੍ਹਾਂ ਦਾ ਕਿਹਾ ਪੱਥਰ ਤੇ ਲਕੀਰ ਹੁੰਦਾ ਆਪਣੀ ਕੌਮ ਵਾਸਤੇ, ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਪ੍ਰਗਟਾਇਆ ਸੀ। SGPC ਨੇ ਇਤਰਾਜ਼ ਪ੍ਰਗਟਾਇਆ ਸੀ ਵੀ ਭਾਈ ਅਗਰ ਤੁਸੀਂ ਮਨਾਉਣਾ ਚਾਹੁੰਦੇ ਹੋ ਜੀ ਸਦਕੇ ਮਨਾਓ, ਸਾਨੂੰ ਵੀ ਖੁਸ਼ੀ ਹੈ, ਬੜੀ ਅੱਛੀ ਗੱਲ ਹੈ, ਮਨਾਉਣੀ ਚਾਹੀਦੀ ਹੈ, ਕਿਉਂਕਿ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਰ ਇੱਕ ਸ਼ਹੀਦਾਂ ਨੂੰ ਜਿਹੜਾ ਸਨਮਾਨ ਦੇਣਾ, ਉਹਨਾਂ ਦੇ ਬਾਰੇ ਪ੍ਰਚਾਰ ਕਰਨਾ। ਪਰ ਇਹਨਾਂ ਨੇ ਉਹ ਜਿਹੜਾ ਹੈਗਾ ਅਣਗੌਲਿਆ ਕੀਤਾ ਤੇ ਉਸੇ ਤਰ੍ਹਾਂ ਆਪਣੀ ਜਿੱਦ ਤੇ ਅਡੋਲ ਰਹਿ ਕੇ ਇਹਨਾਂ ਨੇ ਉਸੇ ਨਾਮ ਦੇ ਨੀਚੇ ਜਿਹੜੀ ਇਹ ਸ਼ਹਾਦਤ ਦਿਵਸ ਜਿਹੜਾ ਮਨਾਇਆ। ਇੱਕ ਗੱਲ। ਦੂਜੀ ਗੱਲ ਜਿਹੜੀ ਇੱਕ ਚੰਨੀ ਸਾਹਿਬ ਨੇ ਗੱਲ ਕਹੀ, ਮੈਨੂੰ ਉਹਦੇ ਤੇ ਬੜਾ ਇਤਰਾਜ਼ ਹੈ। ਇਹਨਾਂ ਨੇ ਕਿਹਾ ਪਹਿਲਾਂ ਕੋਈ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ, ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਜਾਣਦਾ ਸੀ, ਉਹਨਾਂ ਬਾਰੇ ਕੋਈ ਦੁਨੀਆ ਦੇ ਵਿੱਚ ਨਹੀਂ ਜਾਣਦਾ ਸੀ। ਚੰਨੀ ਸਾਹਿਬ, ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਪੂਰੀ ਦੁਨੀਆ ਜਾਣਦੀ ਹੈ। ਉਸ ਤੋਂ ਪਹਿਲਾਂ ਇੱਕ 3D ਜਿਹੜੀ ਡਾਕੂਮੈਂਟਰੀ ਫਿਲਮ ਵੀ ਬਣ ਚੁੱਕੀ ਹੈ, ਬੜੇ ਵਰਲਡ ਲੈਵਲ ਤੇ ਚੱਲ ਚੁੱਕੀ ਹੈ। ਔਰ ਸਾਡੇ ਸਿੱਖ ਪੂਰੇ ਵਰਲਡ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਬੈਠਾ ਹੈ, ਉੱਥੇ ਸਾਡੇ ਗੁਰੂਆਂ ਦੀ, ਸਾਡੇ ਸਾਹਿਬਜ਼ਾਦਿਆਂ ਦੀ ਗੱਲ ਚੱਲਦੀ ਹੈ। ਤੁਸੀਂ ਇਹ ਗੱਲ ਨੂੰ ਕਹਿ ਕੇ ਉਹਨਾਂ ਦੀ ਸ਼ਹਾਦਤ ਨੂੰ ਛੋਟਾ ਨਾ ਕਰੋ ਕਿ ਮੋਦੀ ਜੀ ਤੋਂ ਪਹਿਲਾਂ 75 ਸਾਲਾਂ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਕੋਈ ਜਾਣਦਾ ਨਹੀਂ ਸੀ ਜਾਂ ਉਹਨਾਂ ਦੀ ਸ਼ਹਾਦਤ ਬਾਰੇ ਕਿਸੇ ਨੂੰ ਨੌਲੇਜ ਨਹੀਂ ਸੀ। ਔਰ ਸਾਨੂੰ ਗਿਆਨ ਨਹੀਂ ਹੈ ਜਿੰਨਾ ਭਾਜਪਾ ਦੇ ਲੀਡਰਾਂ ਨੂੰ। ਦੇਖੋ ਆਪਾਂ ਭਾਜਪਾ ਦੇ ਵਿੱਚ, ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਔਰ ਸੰਧੂ ਸਾਹਿਬ ਕਾਂਗਰਸ ਦੇ ਵਿੱਚ ਔਰ ਚੈਨਲ ਦੇ ਮਾਲਕ ਆਪਣੇ ਹੈਗੇ ਆਪਣੇ ਸਿੱਧੂ ਸਾਹਿਬ, ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਸਿੱਖ ਹਾਂ, ਆਪਾਂ ਨੂੰ ਆਪਣੇ ਗੁਰੂਆਂ ਬਾਰੇ ਬਹੁਤ ਨੌਲੇਜ ਹੈ। ਤੁਸੀਂ ਇਹ ਨਾ ਕਹੋ ਕਿ ਆਪਾਂ ਨੂੰ ਨੌਲੇਜ ਨਹੀਂ, ਉਹਨਾਂ ਨੂੰ ਨੌਲੇਜ ਹੈ। ਸੋ ਇਹਨਾਂ ਗੱਲਾਂ ਦਾ ਸਿਰਫ ਸਾਨੂੰ ਇਤਰਾਜ਼ ਹੈ, ਇਹ ਨਹੀਂ ਹੋਣਾ ਚਾਹੀਦਾ ਸੀ। ਬਾਕੀ ਉਹਨਾਂ ਨੇ ਕੀਤਾ, ਧੰਨਵਾਦ ਹੈ ਉਹਨਾਂ ਦਾ, ਉਹਨਾਂ ਨੇ ਸ਼ਹਾਦਤ ਦਿਹਾੜਾ ਜਿਹੜਾ ਮਨਾਇਆ ਤੇ ਲੋਕਾਂ ਤੱਕ ਮੈਸੇਜ ਭੇਜਿਆ, ਬਹੁਤ ਅੱਛੀ ਗੱਲ ਹੈ। ਪਰੰਤੂ ਇਹਨਾਂ ਗੱਲਾਂ ਦਾ ਜਿਹੜਾ ਹੈਗਾ ਇਤਰਾਜ਼ ਹੈ, ਸਿੱਖ ਕੌਮ ਨੂੰ ਵੀ ਹੈ, ਸਾਨੂੰ ਵੀ ਹੈ ਤੇ ਇਹ ਰਹੇਗਾ। ਕਿਉਂਕਿ ਉਹਨਾਂ ਨੇ, ਅਗਰ ਤੁਸੀਂ ਸਿੱਖ ਕੌਮ ਦੀ ਗੱਲ ਕਰਦੇ ਹੋ ਤਾਂ ਸਿੱਖ ਕੌਮ ਦੇ ਸੁਪਰੀਮ ਜਥੇਦਾਰ ਜਿਹੜੇ ਹੈਗੇ ਆ, ਜਿਨ੍ਹਾਂ ਦੀ ਗੱਲ ਕਹੀ, ਹਰ ਇੱਕ ਉਹਨਾਂ ਦੀ ਗੱਲ ਨੂੰ ਜਿਹੜਾ ਮੰਨਿਆ ਗਿਆ, ਇਗਨੋਰ ਕੀਤਾ ਗਿਆ। ਸਿਰਫ ਸਪੈਸੀਫਿਕ ਇੱਕ ਐਲੀਗੇਸ਼ਨ ਲਾ ਦੇਣਾ ਕਿ ਇਹ ਅਕਾਲੀ ਦਲ ਦੇ ਮੁਤਾਬਕ ਹੈ ਜੀ, ਇਹ ਉਹਦੇ ਮੁਤਾਬਕ ਹੈ। ਉਹ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦਾ ਇਸ ਚੀਜ਼ ਨਾਲ ਕੋਈ ਸੰਬੰਧ ਨਹੀਂ ਸੀ। ਸਿਰਫ ਅਕਾਲ ਤਖਤ ਦੇ ਜਥੇਦਾਰ ਦੀ ਗੱਲ ਹੀ ਮੰਨਣੀ ਕਿੱਡੀ ਗੱਲ ਸੀ। ਸ਼ਹਾਦਤ ਦਿਵਸ ਮਨਾਉਣਾ ਸੀ, ਆਪਣੀ ਜਿੱਦ ਛੱਡ ਕੇ ਸਾਹਿਬਜ਼ਾਦਾ ਸ਼ਹਾਦਤ ਦੇ, ਬਲਕਿ ਅੱਜ ਆਪਾਂ ਕਹਿ ਰਹੇ ਹਾਂ, ਮੈਂ ਵੀ ਕਹਿ ਰਿਹਾ, ਤੁਸੀਂ ਵੀ ਵਰਤ ਰਹੇ ਹੋ, ਸਾਰੇ ਆਪਾਂ ਵਰਤ ਰਹੇ ਹਾਂ, ਕਿੱਡੀ ਵੱਡੀ ਗੱਲ। ਇਸ ਗੱਲ ਦਾ ਥੋੜਾ ਸਾਨੂੰ ਲੱਗਿਆ। ਹੋਰ ਸਭ ਵਧੀਆ, ਠੀਕ ਹੈ, ਕਰਾਉਣਾ ਚਾਹੀਦਾ, ਮਨਾਉਣਾ ਚਾਹੀਦਾ। ਜੀ ਚੰਨੀ ਸਾਹਿਬ, ਸਵਾਲ ਤੁਹਾਡੇ ਤੋਂ ਬਣਦਾ ਹੈ। ਜਿੱਥੋਂ ਤੱਕ ਸ਼ਹਾਦਤ ਦਿਵਸ ਦਾ ਸਵਾਲ ਹੈ, ਸਾਰੇ ਮਹਿਮਾਨਾਂ ਦੀ ਇਸ ਮੁੱਦੇ 'ਤੇ ਤਾਂ ਬਿਲਕੁਲ ਸੁਭਾਵਿਕ ਹੈ, ਇੱਕੋ ਰਾਏ ਹੈ ਕਿ ਮਨਾਇਆ ਜਾਣਾ, ਇਹਦੇ ਬਾਰੇ ਕੋਈ ਇਤਰਾਜ਼ ਨਹੀਂ। ਪਰ ਕੇਂਦਰ ਵੱਲੋਂ ਜਿਹੜਾ ਵੀਰਬਾਲ ਦਿਵਸ ਦਾ ਨਾਂ ਦਿੱਤਾ ਗਿਆ, ਉਹਦੇ 'ਤੇ ਵੱਡਾ ਇਤਰਾਜ਼ ਜਿਹੜਾ ਹੈਗਾ ਅਕਾਲੀ ਦਲ ਨੂੰ, ਦੂਜੀਆਂ ਧਿਰਾਂ ਵੱਲੋਂ ਵੀ ਉਠਾਇਆ ਜਾ ਰਿਹਾ। ਅਤੇ ਦੂਜਾ, ਮਠਾੜੂ ਸਾਹਿਬ ਨੇ ਇਹ ਵੀ ਕਿਹਾ ਕਿ ਸ਼ਹਾਦਤ ਦਿਵਸ ਮਨਾਇਆ ਜਾਣਾ ਕੇਂਦਰ ਵੱਲੋਂ ਚੰਗਾ ਹੈ, ਪਰ ਇਹ ਨਹੀਂ ਹੈ ਕਿ ਇਸ ਤੋਂ ਪਹਿਲਾਂ 75 ਸਾਲ ਤੋਂ ਪਹਿਲਾਂ ਕਦੇ ਇਸ ਢੰਗ ਨਾਲ ਮਨਾਇਆ ਨਹੀਂ ਗਿਆ ਜਾਂ ਦੁਨੀਆ ਭਰ 'ਚ ਬੈਠੇ ਲੋਕਾਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਜਾਣਕਾਰੀ ਨਹੀਂ ਹੈ। ਜੀ ਚੰਨੀ ਸਾਹਿਬ। ਜਗਤਾਰ ਜੀ, ਗੱਲ ਇਹ ਹੈਗੀ ਹੈ ਕਿ ਮੈਂ ਇਹ ਨਹੀਂ, ਮੇਰਾ ਮਤਲਬ ਇਹ ਨਹੀਂ ਸੀਗਾ ਕਿ ਜੀ ਸਾਨੂੰ ਨੌਲੇਜ ਨਹੀਂ ਹੈਗੀ ਜਾਂ ਸਭ ਤੋਂ ਜ਼ਿਆਦਾ ਨੌਲੇਜ ਮੋਦੀ ਜੀ ਨੂੰ ਹੈ। ਮੇਰਾ ਮਤਲਬ ਇਹ ਸੀਗਾ ਕਿ ਦੇਖੋ, ਅਸੀਂ ਕਈ ਧਰਮ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਬਾਰੇ ਅਸੀਂ ਪੜ੍ਹਦੇ ਹੀ ਨਹੀਂ। ਆਪਦੇ ਧਰਮ ਬਾਰੇ ਤਾਂ ਅਸੀਂ ਪੜ੍ਹਦੇ ਹਾਂ, ਦੂਜੇ ਬਾਰੇ ਨਹੀਂ ਪੜ੍ਹਦੇ। ਫਿਰ ਇਹੋ ਜਿਹੇ ਧਰਮ ਜਿਹੜੇ ਹੋਰ ਹੈਗੇ ਨੇ ਜਿਨ੍ਹਾਂ ਨੂੰ ਅਸੀਂ ਫਰੋਲਦੇ ਨਹੀਂ, ਦੇਖਦੇ ਨਹੀਂ ਵੀ ਕੀ ਉਹਦੇ ਵਿੱਚ ਹੈਗਾ। ਇੱਕ ਜਨਰਲ ਗੱਲ ਹੈਗੀ ਹੈ। ਤੋ ਜੇ ਉਹਨਾਂ ਨੇ ਇੱਕ ਉਪਰਾਲਾ ਕੀਤਾ ਇਸ ਧਰਮ ਬਾਰੇ ਪੜ੍ਹਨ ਦਾ, ਲਿਖਣ ਦਾ, ਕਿਸੇ ਦੂਸਰੇ ਧਰਮ ਤੋਂ ਹੋਣ ਕਰਕੇ ਮੈਂ ਕਿਹਾ ਵੀ ਉਹਨਾਂ ਨੂੰ ਸਾਡੇ ਨਾਲ, ਸਾਡੇ ਗੁਰੂਆਂ ਨਾਲ, ਸਾਡੀ ਵਿਚਾਰਧਾਰਾ ਨਾਲ, ਸਾਡੇ ਨਾਲ ਲਗਾਅ ਹੈ, ਜਿਸ ਕਰਕੇ ਉਹਨਾਂ ਨੇ ਪੜ੍ਹਿਆ। ਨਹੀਂ ਤਾਂ ਕੋਈ ਬੰਦਾ, ਕਿੰਨੇ ਧਰਮ ਨੇ ਆਪਣੇ ਦੇਸ਼ ਦੇ ਵਿੱਚ, ਤੇ ਉਹ ਮਤਲਬ ਟੂ ਮਾਈ ਮਾਈਂਡ ਕੀ ਹੈਗਾ ਕਿ ਉਹਨਾਂ ਦਾ ਜ਼ਿਆਦਾ ਜਿਹੜਾ ਲਗਾਅ ਹੈਗਾ। ਤੋ ਦੂਜੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਹੈਗਾ ਕਿ ਇਹ ਇੱਕ, ਜਿੱਥੋਂ ਤੱਕ ਇਹ ਕਹਿ ਰਹੇ ਨੇ ਕਿ ਸਾਹਿਬਜ਼ਾਦਾ ਸ਼ਹਾਦਤ ਦਿਵਸ ਵਜੋਂ ਇਹ ਦਿਨ ਮਨਾਉਣਾ ਚਾਹੀਦਾ ਸੀਗਾ, ਉਹਦੇ ਬਾਰੇ ਮੈਂ ਇੱਕ ਗੱਲ ਅੱਜ ਕਰ ਰਿਹਾ। ਇਹ ਕੋਈ ਪੱਕਾ ਫੈਸਲਾ ਨਹੀਂ ਹੈਗਾ। ਗੱਲ ਇਹ ਸੀਗੀ ਕਿ ਜਿਹੜਾ ਸਾਹਿਬਜ਼ਾਦਾ ਨਾਂ ਹੈਗਾ ਜਾਂ ਇਹਦਾ ਜਿਹੜਾ, ਇਹ ਦੇਖੋ ਇਹ ਵੀ ਗੱਲ ਨਾਲ ਹੈਗੀ ਹੈ ਕਿ ਜਦੋਂ ਹੁਣ ਨੈਸ਼ਨਲ ਐਜੂਕੇਸ਼ਨ ਪਾਲਿਸੀ ਦੇ ਵਿੱਚ ਇਹਦਾ ਚੈਪਟਰ ਪਏਗਾ ਤੇ ਸਾਰੇ ਹਿੰਦੁਸਤਾਨ ਦੇ ਵਿੱਚ ਪੜ੍ਹਾਇਆ ਜਾਏਗਾ, ਤਾਂ ਇਹ ਨਹੀਂ ਕਿ ਅਸੀਂ ਸਿੱਖਾਂ ਨੂੰ ਇਕੱਲਿਆਂ ਨੂੰ ਪੜ੍ਹਾਉਣਾ। ਸਿੱਖ ਤਾਂ ਸਾਡੇ ਧਰਮ ਨਾਲ ਜੁੜੇ ਹੋਏ, ਤਾਂ ਪੜ੍ਹੇ ਹੋਏ ਨੇ। ਅਸੀਂ ਚਾਹੁੰਦੇ ਹਾਂ ਕਿ ਸਿੱਖਾਂ ਤੋਂ ਬਿਨਾਂ ਵੀ ਦੁਨੀਆ ਦੇ ਵਿੱਚ ਜਿਹੜਾ 800 ਕਰੋੜ ਬੰਦਾ ਵਸਦਾ ਹੈਗਾ, ਉਹਨਾਂ ਨੂੰ ਵੀ ਇਹਨਾਂ ਸ਼ਹਾਦਤਾਂ ਬਾਰੇ ਚਾਨਣ ਹੋਵੇ। ਚੰਨੀ ਸਾਹਿਬ, ਸੌਰੀ ਚੰਨੀ ਸਾਹਿਬ, ਮੈਂ ਵਿੱਚੋਂ ਟੋਕਣ ਲੱਗਿਆ। ਸ਼ਾਇਦ ਮਠਾੜੂ ਸਾਹਿਬ ਇਹ ਕਹਿ ਰਿਹਾ ਹੈ ਕਿ ਜਿਹੜਾ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਾ ਦਿਹਾੜਾ ਮਨਾਇਆ ਜਾ ਰਿਹਾ, ਉਹਨਾਂ ਨੂੰ ਸਿੱਧੇ ਤੌਰ 'ਤੇ ਸਮਰਪਿਤ ਹੋਣਾ ਚਾਹੀਦਾ ਸੀ ਅਤੇ ਉਹਦਾ ਨਾਂ ਜਿਹੜਾ ਹੈਗਾ
ਬਾਲਵੀਰ ਦਿਵਸ ਦੇ ਤੌਰ ਤੇ ਨਹੀਂ ਹੋਣਾ ਚਾਹੀਦਾ ਸੀ, ਤਾਂ ਕਿ ਇੱਕ ਸਿੱਧਾ ਮੈਸੇਜ ਦੀ ਤੁਸੀਂ ਵੀ ਸ਼ਾਇਦ ਇਹੀ ਗੱਲ ਕਹਿਣਾ ਚਾਹੋਗੇ ਕਿ ਸਿੱਧਾ ਇੱਕ ਮੈਸੇਜ ਆਵੇ। ਮੈਂ ਉਸੇ ਗੱਲ ਤੇ ਆ ਰਿਹਾ ਕਿ ਮੈਸੇਜ ਅਸੀਂ ਸਿੱਧਾ ਹੀ ਦੇ ਰਹੇ ਹਾਂ। ਗੱਲ ਇਹ ਹੈਗੀ ਹੈ ਕਿ ਜਿਹੜਾ ਦੇਖੋ, ਜਿਸ ਮੈਂ ਗੱਲ ਕਰ ਰਿਹਾ ਸੀਗਾ, ਜਿਹੜਾ ਸ਼ਬਦ ਬਾਲ ਹੈਗਾ ਉਹਨੂੰ ਅਕ੍ਰੋਸ ਇੰਡੀਆ ਆਲ ਸਟੇਟਸ ਉਹਨੂੰ ਜ਼ਿਆਦਾ ਫਾਲੋ ਕਰਦੇ ਆ ਜਾਂ ਸਮਝਦੇ। ਜਿਹੜਾ ਸਾਹਿਬਜ਼ਾਦਾ ਸ਼ਬਦ ਹੈਗਾ ਉਹ ਅਕ੍ਰੋਸ ਇੰਡੀਆ ਸ਼ਾਇਦ ਉਹਨਾਂ ਐਕਸੈਪਟੇਬਲ ਜਾਂ ਉਹਨਾਂ ਨੌਲੇਜ ਦੇ ਵਿੱਚ ਨਹੀਂ ਹੋਏਗਾ, ਕਿਉਂਕਿ ਅਸੀਂ ਇਸ ਧਰਮ ਦੇ ਵਾਰਸ ਹੈ, ਸਾਨੂੰ ਪਤਾ ਹੈਗਾ, ਅਸੀਂ ਇਹ ਕਰਦੇ ਹਾਂ। ਪਰ ਇਹ ਜਿਹੜਾ ਇੰਟੈਲੈਕਚੁਅਲ ਸੀਗੇ ਐਟ ਦੀ ਨੈਸ਼ਨਲ ਲੈਵਲ, ਉਹਨਾਂ ਦੀ ਸਮਝ ਦੇ ਮੁਤਾਬਕ ਜਿਹੜਾ ਇਹ ਫੈਸਲਾ ਕੀਤਾ ਗਿਆ ਸੀ, ਇਹ ਉਹ ਫੈਸਲਾ ਹੈਗਾ। ਜਿੱਥੋਂ ਤੱਕ ਇਹ ਕਹਿੰਦੇ ਨੇ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਕਿਹਾ, ਉਸ ਗੱਲ ਤੇ ਦੁਬਾਰਾ ਵੀ ਟੇਕਅਪ ਹੋ ਸਕਦਾ ਹੈ, ਜਾਂ ਜਿਹੜਾ ਪਹਿਲਾਂ ਲਿਖਿਆ ਉਹਦੇ ਤੇ ਵੀ ਵਿਚਾਰ ਹੋ ਸਕਦਾ। ਤੇ ਇਹਦੇ ਨਾਲ ਕੋਈ ਉਹਨਾਂ ਨੇ ਤਾਂ ਸਿੱਖ ਧਰਮ ਨੂੰ ਵਧਣ ਫੁੱਲਣ ਵਾਸਤੇ, ਕੁਰਬਾਨੀਆਂ ਨੂੰ ਉਜਾਗਰ ਕਰਨ ਵਾਸਤੇ ਤੇ ਲਾਸਾਨੀ ਕੁਰਬਾਨੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਵਾਸਤੇ, ਗ੍ਰਾਸ ਰੂਟਸ ਤੱਕ ਬਾਈ ਵੇ ਆਫ ਐਜੂਕੇਸ਼ਨ ਪਾਲਿਸੀ ਜਾਂ ਹੋਰ ਜਿਹੜਾ ਹੈਗਾ ਉਸ ਕਰਕੇ ਕੀਤਾ ਹੈਗਾ। ਇਹਦੇ ਨਾਲ ਇਹ ਨਹੀਂ ਕਿ ਕੋਈ ਬੀਜੇਪੀ ਦੀ ਕੋਈ ਜਿੱਤ ਹੈ ਜਾਂ ਅਕਾਲੀ ਦਲ ਜਾਂ ਐਸਜੀਪੀਸੀ ਦੀ ਕੋਈ ਹਾਰ ਹੈਗੀ ਹੈ। ਇਹ ਓਪਨ ਇੱਕ ਸਬਜੈਕਟ ਹੈਗਾ ਜਿਹੜਾ ਇਹਨੂੰ ਟੱਚ ਕੀਤਾ ਜਾ ਸਕਦਾ ਹੈਗਾ। ਤਾਂ ਆਪਣਾ ਪਰਪਸ ਇਹ ਹੈਗਾ ਕਿ ਸਾਡੀਆਂ ਜਿਹੜੀਆਂ ਲਾਸਾਨੀ ਸ਼ਹਾਦਤਾਂ ਹੈਗੀਆਂ ਨੇ ਉਹ ਹਰੇਕ ਆਪਣਾ ਜਿਹੜਾ ਕਾਰਨਰ ਦੇ ਵਿੱਚ ਦੁਨੀਆ ਦੇ ਵਿੱਚ ਜਾਣ, ਤਾਂ ਕਿ ਸਾਡੇ ਧਰਮ ਦੀ ਜਿਹੜੀ ਹੈਗੀ ਹੈ ਇੱਜ਼ਤ ਹੋਰ ਵਧੇ। ਔਰ ਜਿਹੜਾ ਅਸੀਂ ਇੰਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਉਹ ਵੀ ਆਪਦੇ ਵਾਸਤੇ ਨਹੀਂ ਕੀਤੀਆਂ, ਅਸੀਂ ਦੂਸਰਿਆਂ ਦੇ ਧਰਮ ਦੀ ਖਾਤਰ ਕੀਤੀਆਂ, ਜਿਹੜੀ ਕਿ ਇੱਕੋ ਇੱਕ ਮਿਸਾਲ ਹੈ। ਆਪਦੇ ਵਾਸਤੇ ਸਭ ਬੰਦੇ ਕਰਦੇ ਨੇ, ਪਰ ਕਿਸੇ ਹੋਰ ਦੇ ਧਰਮ ਦੀ ਰਾਖੀ ਵਾਸਤੇ ਗੁਰੂ ਸਾਹਿਬ ਨੇ ਪਹਿਲਿਆਂ ਨੇ ਜਨੇਊ ਨਹੀਂ ਪਾਇਆ, ਨੌਵੇਂ ਪਾਤਸ਼ਾਹ ਨੇ ਜਨੇਊ ਦੀ ਰਾਖੀ ਕਰਨ ਵਾਸਤੇ ਆਪਣਾ ਸੀਸ ਦਿੱਤਾ। ਤਾਂ ਇਹ ਇੱਕ ਵਿਲੱਖਣ ਧਰਮ ਹੈ। ਅਸੀਂ ਗੁਰੂਆਂ ਨੇ ਵੀ ਨਹੀਂ ਕੋਈ ਰਾਜ ਸਥਾਪਿਤ ਕੀਤਾ, ਨਾ ਰਾਜਨੀਤੀ ਕੀਤੀ ਹੈ, ਤੇ ਨਾ ਹੀ ਇਹ ਧਰਮ ਕਹਿੰਦਾ ਕਿ ਤੁਸੀਂ ਕੋਈ ਰਾਜ ਦੇ ਬਾਰੇ ਜਿਹੜੀ ਗੱਲ ਕਰਨੀ ਹੈ। ਇਹ ਧਰਮ ਤਾਂ ਇੱਕ ਜਿਹੜੀ ਫਰੀडम ਹੈਗੀ ਆ ਰਾਈਟਸ ਦੀ, ਉਹਦੀ ਤੇ ਉਹਨੂੰ ਪ੍ਰੋਟੈਕਸ਼ਨ ਵਾਸਤੇ ਇੱਕ ਜਿਹੜਾ ਮਜਲੂਮ ਹੈਗਾ, ਜਿਹੜਾ ਉਹਦੇ ਨਾਲ ਖੜਨ ਵਾਸਤੇ ਇਹ ਧਰਮ ਬਣਿਆ ਹੈਗਾ। ਥੈਂਕ ਯੂ ਜਨੀ ਸਾਹਿਬ, ਥੈਂਕ ਯੂ ਜਨੀ ਸਾਹਿਬ, ਤੁਹਾਡਾ ਵੀ ਪੁਆਇੰਟ ਆ ਗਿਆ। ਨਰਿੰਦਰ ਸੰਧੂ, ਇਸ ਮਾਮਲੇ ਤੇ ਕਿਉਂਕਿ ਬੜਾ ਵੱਡਾ ਭਾਵਕ ਤੇ ਸੰਵੇਦਨਸ਼ੀਲ ਮੁੱਦਾ ਹੈ, ਮੈਂ ਤੁਹਾਡੇ ਕਮੈਂਟਸ ਵੀ ਲੈਣਾ ਚਾਹਾਂਗਾ। ਬਾਲਵੀਰ ਦਿਵਸ ਦੀ ਆਪਾਂ ਗੱਲ ਕਰਦੇ ਹਾਂ, ਦੂਸਰੇ ਪਾਸੇ ਸਿੱਖ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਸਿੱਧੇ ਤੌਰ ਤੇ ਸੁਨੇਹਾ ਜਾਣਾ ਚਾਹੀਦਾ, ਇਸ ਤੇ ਹੋਰ ਨਾਂ ਰੱਖ ਕੇ ਨਹੀਂ ਮਨਾਇਆ ਜਾਣਾ ਚਾਹੀਦਾ। ਜਗਤਾਰ ਜੀ, ਮੈਨੂੰ ਲੱਗਦਾ ਇਹਦੇ ਵਿੱਚ ਕੋਈ ਕੰਟਰੋਵਰਸੀ ਨਹੀਂ ਹੋਣੀ ਚਾਹੀਦੀ, ਕਿਉਂਕਿ ਗੱਲ ਫਿਰ ਉਹੀ ਆ ਗਈ, ਗੱਲ ਦਿਵਸ ਕਿਹੜੇ ਚੱਲ ਰਹੇ ਨੇ ਔਰ ਕਿੰਨਾ ਦੀ ਸ਼ਹੀਦੀ ਦੀ ਗੱਲ ਚੱਲ ਰਹੀ ਹੈ। ਤੇ ਜੇ ਬਾਲ ਦਿਵਸ ਜਿਨ੍ਹਾਂ ਵਾਸਤੇ ਤੁਸੀਂ ਕਰ ਰਹੇ ਹੋ ਉਹਨਾਂ ਨੂੰ ਜੇ ਇਹ ਸ਼ਬਦ ਮਨਜ਼ੂਰ ਨਹੀਂਗਾ ਤਾਂ ਸਿੰਪਲ ਚੇਂਜ ਕਰ ਦੇਣਾ ਚਾਹੀਦਾ, ਇਹਦੇ ਚ ਕੋਈ ਅੜੀ ਥੋੜੀ ਹੈ। ਪਰ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ, ਮੋਦੀ ਸਾਹਿਬ ਅੜੀਅਲ ਨੇ। ਜਦੋਂ ਆਪਣੇ ਪੰਜਾਬ ਦੇ ਵਿੱਚੋਂ ਸਾਰੇ ਕਿਸਾਨ ਜਥੇਬੰਦੀਆਂ ਜਾ ਕੇ ਬੈਠੇ ਨੇ ਇੱਕ ਸਾਲ, ਉਦੋਂ ਵੀ ਨਾ ਅੜੀਅਲ ਰਵੱਈਆ ਸੀ, ਹਾਰ ਕੇ ਇਹਨਾਂ ਨੂੰ ਫਿਰ ਮੰਨਣਾ ਹੀ ਪਿਆ। ਦੇਖੋ, ਬੀਜੇਪੀ ਦੀ ਜਿੱਥੋਂ ਤੱਕ ਸਿਆਸੀ ਗੱਲ ਹੈ, ਚਾਹੇ ਮੋਦੀ ਸਾਹਿਬ ਨੇ 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਉੱਪਰ ਜਿਹੜਾ 319 ਬੱਚਿਆਂ ਦਾ ਕੀਰਤਨ ਕਰਵਾਇਆ, ਬਹੁਤ ਸ਼ਲਾਘਾਯੋਗ ਕੰਮ, ਤੇ ਭਾਵੇਂ ਜਾਂ ਉਹਨਾਂ ਨੇ ਜਿਹੜੇ ਸਿੱਖ ਬੁੱਧੀਜੀਵੀ ਸੀ ਜਾਂ ਜਿਹੜੇ ਸਿੱਖ ਧਾਰਮਿਕ ਸ਼ਖਸੀਅਤਾਂ ਸੀ ਉਹਨਾਂ ਨੂੰ ਪਿੱਛੇ ਜੇ ਆਪਣੇ ਘਰ ਸੱਦਿਆ ਸੀ, ਉਹ ਵੀ ਚੰਗੀ ਗੱਲ ਸੀ। ਪਰ ਮੈਂ ਫਿਰ ਇਹੋ ਹੀ ਗੱਲ ਦੁਹਰਾਉਣਾ ਚਾਹੁੰਦਾ, ਜੇ ਉਹਨਾਂ ਦਾ ਕੋਈ ਸਿਆਸੀ ਮਹੱਤਵ ਹੈ, ਉਹ ਸਿਆਸਤ ਨਾਲ ਦੇਖਣਾ ਚਾਹੁੰਦੇ ਨੇ। ਜਿਵੇਂ ਸਾਡੇ ਕਾਂਗਰਸ ਦੇ ਕਈ ਦਿੱਗਜ ਲੀਡਰ ਉਧਰ ਚਲੇ ਗਏ ਨੇ, ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਤੇ ਹੋਰ ਵੀ ਕਈ ਜਿਹੜੇ ਸਾਡੇ ਸਿਆਸੀ ਲੀਡਰ ਨੇ, ਮੈਂ ਬਾਰ-ਬਾਰ ਕੀ ਨਾਂ ਲਵਾਂ, ਉਹ ਚਲੇ ਗਏ ਨੇ। ਔਰ ਚੰਨੀ ਸਾਹਿਬ ਵਰਗੇ ਸਿਆਣੇ ਉਹਨਾਂ ਕੋਲ ਸਪੋਕਸਪਰਸਨ ਨਹੀਂ ਆ, ਹੋਰ ਵੀ ਜਿਹੜੇ ਉਹਨਾਂ ਨੇ ਸਿੱਖ ਚਿਹਰੇ ਪੰਜਾਬ ਦੇ ਵਿੱਚ ਲਾਏ ਨੇ। ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦਾ ਵੀ ਉਹਨਾਂ ਦੀ ਇਹ ਪੀੜਾ ਹੈ ਵੀ ਉਹਨਾਂ ਕੋਲੋਂ ਪੰਜਾਬ ਕਿਉਂ ਨਹੀਂ ਆ ਰਿਹਾ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਮੋਦੀ ਜੀ ਸ਼ਾਸਨ ਕਰ ਰਹੇ ਨੇ, ਪਰ ਪੰਜਾਬ ਉਹਨਾਂ ਦੇ ਹੱਥ ਕਦੀ ਵੀ ਨਹੀਂ ਆਇਆ। 1 ਜਾਂ 2 ਸੀਟਾਂ ਤੋਂ ਵੱਧ ਉਹਨਾਂ ਕੋਲ ਸੀਟਾਂ ਨਹੀਂ ਆਉਂਦੀਆਂ। ਪਰ ਸਿਆਸੀ ਕਨੈਕਸ਼ਨ ਦੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂ ਵੀ ਸਿੱਖ ਜਾਂ ਪੰਜਾਬੀ ਜਿਹੜੇ ਨੇ ਨਾ, ਉਹ ਪਿਆਰ ਨਾਲ ਤੇ ਜਿਹੜੀ ਮਰਜ਼ੀ ਗੱਲ ਮਨਾ ਲਓ, ਮੰਨ ਜਾਂਦੇ ਨੇ। ਪਰ ਜਦੋਂ ਇਹਨਾਂ ਤੇ ਕੋਈ ਤਸ਼ੱਦਦ ਕਰਦਾ, ਫਿਰ ਇਹ ਸਦੀਆਂ ਤੱਕ ਯਾਦ ਰੱਖਦੇ ਨੇ। ਮੋਦੀ ਜੀ ਨੇ ਵੀ ਜਿਹੜਾ ਕੰਮ ਪਿਛਲੇ ਸਾਲ ਕੀਤਾ ਸੀਗਾ, ਉਹ ਹਾਲੇ ਤੱਕ ਲੋਕ ਭੁੱਲੇ ਨਹੀਂ ਗਏ। ਸੋ ਇਹ ਜਿੰਨਾ ਮਰਜ਼ੀ ਹਥਿਆ ਲੈਣ, ਜੋ ਮਰਜ਼ੀ ਕਰ ਲੈਣ, ਜੇ ਮਰਜ਼ੀ ਸਿਆਸੀ ਕਾਨਫਰੰਸਾਂ ਕਰ ਲੈਣ, ਜੋ ਮਰਜ਼ੀ ਕਰ ਲੈਣ, ਪੰਜਾਬ ਦੇ ਵਿੱਚ ਇਹਨਾਂ ਦੀ ਦਾਲ ਕਿਤੇ ਨਹੀਂ ਗਲ ਸਕਦੀ। ਆ ਇਲੈਕਸ਼ਨਾਂ ਆ ਰਹੀਆਂ ਨੇ, ਕੌਂਸਲ ਇਲੈਕਸ਼ਨ, ਤੁਹਾਨੂੰ ਇਹਨਾਂ ਦਾ ਪਤਾ ਲੱਗ ਜਾਣਾ। ਇੱਥੇ ਕਾਂਗਰਸ ਹੀ ਦੁਬਾਰਾ ਆਊਗੀ, ਕਿਉਂਕਿ ਆਮ ਆਦਮੀ ਪਾਰਟੀ ਦਾ ਵੀ ਜਿਹੜਾ ਝਾੜੂ ਉਹ ਤੀਲਾ ਤੀਲਾ ਹੋ ਚੁੱਕਾ ਹੈ। ਅਕਾਲੀ ਦਲ ਦੀ ਵੀ ਕੋਈ ਹੋਂਦ ਬਹੁਤੀ ਨਹੀਂ ਗੀ, ਔਰ ਬੀਜੇਪੀ ਦਾ ਤੇ ਇੱਥੇ ਜਿਹੜਾ ਸੁਪੜਾ ਉਹ ਸਾਫ਼ ਹੀ ਹੋਏਗਾ, ਕਾਂਗਰਸ ਦੁਬਾਰਾ ਆਏਗੀ।
ਤੁਹਾਡਾ ਵਿਊ ਪੁਆਇੰਟ ਆ ਜਿਹੜਾ ਦਾਵਾ ਸੰਧੂ ਸਾਹਿਬ ਇਸ ਮੁੱਦੇ ਤੇ ਮੈਂ ਬਾਕੀ ਮਹਿਮਾਨਾਂ ਦੀ ਆਪਾਂ ਰਾਏ ਵੀ ਲੈਣੇ ਆ। ਮਠਾੜੂ ਸਾਹਿਬ ਜਿਹੜੇ ਵੱਡੇ ਮੁੱਦੇ ਤੇ ਆਪਾਂ ਗੱਲ ਕਰ ਰਹੇ ਉਸ ਮੁੱਦੇ ਤੇ ਮੈਂ ਜਵਾਬ ਚਾਹਾਂਗਾ। ਪੋਲੀਟੀਕਲ ਕੰਟਰੋਵਰਸੀ ਦੇ ਇਹਦੇ ਨਾਲ ਛਿੜਦੀ ਨਜ਼ਰ ਆ ਹੀ ਰਹੀ ਹੈ। ਚੰਨੀ ਸਾਹਿਬ ਦਾ ਕਹਿਣਾ ਹੈ ਕਿ ਮਕਸਦ ਜਿਹੜਾ ਹੈਗਾ ਇਹ ਸੀਗਾ ਕਿ ਉਹਨਾਂ ਦੀ ਸ਼ਹਾਦਤ ਨੂੰ ਆਪਣੇ ਢੰਗ ਨਾਲ ਦੁਨੀਆ ਭਰ 'ਚ ਪਹੁੰਚਾਉਣ ਦਾ, ਉਸ ਤਰੀਕੇ ਨਾਲ ਇਹ ਫੈਸਲਾ ਲਿਆ ਗਿਆ। ਸੰਧੂ ਸਾਹਿਬ ਦਾ ਆਪਣਾ ਇੱਕ ਨਜ਼ਰੀਆ ਇਸ ਮੁੱਦੇ ਉਹਦੇ ਉੱਪਰ, ਪਰ ਕਿਧਰੇ ਇਹ ਵੀ ਗੱਲ ਜਿਹੜੀ ਹੈਗੀ ਹੈ ਪੋਲੀਟੀਕਲ ਜਾਂ ਰਾਜਸੀ ਗਲਿਆਰਿਆਂ 'ਚ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਅਜਿਹਾ ਸੁਨੇਹਾ ਵੀ ਨਾਲ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਹੈਗਾ ਆਉਣ ਵਾਲੇ ਸਮੇਂ 'ਚ ਨਜ਼ਰਾਂ ਭਾਜਪਾ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਟਿਕੀਆਂ ਨਜ਼ਰ ਆ ਰਹੀਆਂ। ਸਿੱਧੂ ਸਾਹਿਬ, ਚਲੋ ਹੁਣ ਆਪਾਂ ਇਸ ਮੁੱਦੇ ਨੂੰ ਤਾਂ ਜ਼ਿਆਦਾ ਨਾ ਹੋ ਕਰੀਏ, ਕਿਉਂਕਿ ਬਾਲਵੀਰ ਵਾਲੇ ਨੂੰ, ਸਾਹਿਬਜ਼ਾਦਿਆਂ ਦੇ ਮੁੱਦੇ ਨੂੰ, ਮੈਂ ਸੰਧੂ ਸਾਹਿਬ ਦੀ ਗੱਲ ਨਾਲ ਇਸ ਨਾਲ ਸਹਿਮਤ ਹਾਂ ਕਿ ਆਪਾਂ ਕਿਹੋ ਜਿਹੇ ਮੁੱਦੇ ਛੇੜ ਰੱਖੇ ਆ। ਕਿਉਂ? ਪਰ ਬਾਲਵੀਰ ਜਿਹੜੀ ਗੱਲ ਫਿਰ ਛਿੜ ਜਾਂਦੀ ਹੈ ਜਦੋਂ ਗੱਲ ਕਹਿਣ ਜਵਾਬ ਦੇਣਾ ਪੈਂਦਾ। ਬਾਲਵੀਰ ਨਾ, ਤੁਸੀਂ ਕਦੇ ਦੇਖਿਆ ਹੋਊਗਾ, ਛੋਟੇ ਬੱਚੇ ਇੱਕ ਕਾਰਟੂਨ ਦੇਖਿਆ ਕਰਦੇ ਸੀ ਨਿਊਜ਼ ਇਹਦੇ ਚੈਨਲਾਂ ਦੇ ਉੱਪਰ, ਕਾਰਟੂਨ ਨੈਟਵਰਕ ਚੈਨਲ ਦੇ ਉੱਪਰ ਬਾਲਵੀਰ ਨਾਟਕ ਆਇਆ ਕਰਦੇ। ਸੋ ਸਾਹਿਬਜ਼ਾਦਿਆਂ ਦੀ ਇੱਕ ਪਹਿਚਾਣ ਹੈ, ਪਤਾ ਹੀ ਹੈ ਸਾਰੀ ਦੁਨੀਆ ਨੂੰ ਵੀ ਸਾਹਿਬਜ਼ਾਦੇ ਕੌਣ ਨੇ। ਔਰ ਪਹਿਲਾਂ ਹੁਣ ਇਹ ਕਹਿੰਦੇ ਵੀ ਕਿਤਾਬਾਂ ਦੇ ਵਿੱਚ ਛਪੇਗਾ, ਇਤਿਹਾਸ ਛਪੇਗਾ। ਮੈਨੂੰ ਇੱਕ ਗੱਲ ਦੱਸੋ, ਇਹ ਬਾਲਵੀਰ ਛਾਪਣਗੇ, ਸਭ ਤੋਂ ਪਹਿਲਾਂ ਤਾਂ ਕੁਐਸਚਨ ਇਹੀ ਕਰਿਆ ਕਰਨਾ ਲੋਕਾਂ ਨੂੰ ਕਿ ਬਾਲਵੀਰ ਹੈ ਕੌਣ। ਜੇ ਅਗਰ ਤੁਸੀਂ ਸਾਹਿਬਜ਼ਾਦੀ ਲਿਖੋਗੇ ਤਾਂ ਇਟ ਮੀਨਸ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸਾਹਿਬਜ਼ਾਦੇ ਕੌਣ। ਸੋ ਇਹ ਤਾਂ ਇਹਨਾਂ ਦੀ ਹੈਗੀ ਹੈ, ਈਗੋ ਲਗਾ ਲਓ, ਜੋ ਮਰਜ਼ੀ ਲਗਾ ਲਓ, ਨਹੀਂ ਮੰਨਣਾ, ਚਲੋ ਵਾਹਿਗੁਰੂ ਭਲੀ ਕਰੇ। ਦੂਜੀ ਗੱਲ ਕਰਦੇ ਆ ਪੰਜਾਬ ਤੇ, ਜਿਹੜੀ ਪੰਜਾਬ ਦੀ ਗੱਲ ਹੈ, ਤੁਸੀਂ ਕਿਹਾ ਮੋਦੀ ਸਾਹਿਬ ਦੀ ਅੱਖ ਹੈ ਪੰਜਾਬ ਤੇ। ਪੰਜਾਬ ਤੇ ਅੱਖ ਅੱਜ ਤੱਕ ਸੈਂਟਰ ਦੀ ਕਿਹੜੀ ਪਾਰਟੀ ਹੈ ਜਿਹਦੀ ਨਹੀਂ? ਕੀ ਪਹਿਲਾਂ ਕਾਂਗਰਸ ਦੀ ਨਹੀਂ ਰਹੀ? ਕਾਂਗਰਸ ਨੇ ਪੰਜਾਬ ਦਾ ਨੁਕਸਾਨ ਨਹੀਂ ਕੀਤਾ? ਕੀ ਬਾਅਦ ਦੇ ਹੁਣ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਤੇ ਅੱਖ ਹੈ? ਆਮ ਆਦਮੀ ਪਾਰਟੀ ਵਾਲਿਆਂ ਦੀ ਵੀ ਪੰਜਾਬ ਤੇ ਅੱਖ ਸੀ, ਉਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈ ਹੋਈ ਆ। ਤੇ ਮੈਂ ਇੱਕ ਗੱਲ ਕਹਿਣੀ ਚਾਹਾਂਗਾ, ਮੈਂ ਨਾ ਅੱਜ ਇੱਕ ਲਿਸਟ ਵੇਖ ਰਿਹਾ ਸੀ ਨਿਊਜ਼ਪੇਪਰ ਦੇ ਵਿੱਚ, ਭਾਜਪਾ ਦੀ ਛਪੀ ਹੈ, ਇਹਨਾਂ ਨੇ ਆਪਣੇ ਜ਼ਿਲ੍ਹਿਆਂ ਦੇ ਤੇ ਇੰਚਾਰਜ ਵਗੈਰਾ ਲਗਾਏ ਆ, ਅਹੁਦੇਦਾਰ ਲਗਾਏ ਆ ਜੀ, ਜ਼ੋਨਲ ਇੰਚਾਰਜ ਲਗਾਏ ਆ, ਇੰਚਾਰਜ ਲਗਾਏ ਆ। ਉਹਦੇ ਚ ਮੈਂ ਪੜ੍ਹ ਰਿਹਾ ਸੀ ਨਾਮ ਫਤਿਹ ਜੰਗ ਸਿੰਘ ਬਾਜਵਾ, ਆਪਣਾ ਸੋਢੀ ਸਾਹਿਬ, ਬਲਵੀਰ ਸਿੰਘ ਸਿੱਧੂ, ਸਾਡੇ ਇੱਕ ਜਗਦੀਪ ਸਿੰਘ ਨਕਈ ਹੈ, ਔਰ ਕੇਵਲ ਸਿੰਘ ਢਿੱਲੋਂ, ਜਿਹੜੀ ਰਸਤੇ ਤੇ ਆਮ ਆਦਮੀ ਪਾਰਟੀ ਚੱਲੀ ਸੀ। ਦੇਖੋ ਅਸੀਂ 52-53 ਬੰਦਿਆਂ ਦੀ ਲਿਸਟ ਹੈ ਜਿਹੜੀ, ਜਦੋਂ ਇਹਨਾਂ ਨੇ ਟਿਕਟਾਂ ਦਿੱਤੀਆਂ ਸੀ ਅਸੀਂ ਕਿਹਾ ਸੀ ਆਹ ਜਿਹੜੇ 52-53 ਬੰਦੇ ਕਾਂਗਰਸ ਤੇ ਇੱਧਰੋਂ ਗਏ ਹੋਏ ਆ ਅਕਾਲੀ ਦਲ ਦੇ ਵਿੱਚੋਂ, ਔਰ ਇਹ ਨਕਾਰੇ ਹੋਏ ਬੰਦੇ ਆ, ਉਹਨਾਂ ਨੂੰ ਚੁੱਕ ਕੇ ਜਿਹੜੀਆਂ ਟਿਕਟਾਂ ਦਿੱਤੀਆਂ। ਫਿਰ ਇਹ ਹੁਣ ਉਸੇ ਪੈੜਾਂ ਤੇ ਭਾਜਪਾ ਚੱਲੀ ਹੋਈ ਹੈ। ਉਹਨਾਂ ਲੋਕਾਂ ਨੂੰ ਜਿਹੜੇ ਕਾਂਗਰਸ ਨੂੰ ਛੱਡ ਕੇ ਚਲੇ ਗਏ, ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ, ਜਾਂ ਕੋਈ ਹੋਰ ਪਾਰਟੀਆਂ ਛੱਡ ਕੇ ਚਲੇ ਗਏ, ਬਲਕਿ ਇੱਥੋਂ ਤੱਕ ਅਖਬਾਰ ਦੇ ਵਿੱਚ ਮੈਂ ਇਹ ਵੀ ਨਿਊਜ਼ ਦੇ ਵਿੱਚ ਪੜ੍ਹਿਆ, ਇਹਨਾਂ ਨੇ ਆਪਣਾ ਸਿਸਟਮ ਬਦਲਦਾ, ਜਿੱਥੇ ਮੰਡਲ ਪ੍ਰਧਾਨ ਸੀ ਕਹਿੰਦੇ ਹੁਣ ਅਸੀਂ ਸਰਕਲ ਪ੍ਰਧਾਨ ਲਗਾਇਆ ਕਰਾਂਗੇ। ਸੋ ਆਪਣੀ ਆਈਡੀਓਲੋਜੀ ਕਿੱਥੇ ਆ ਫਿਰ ਇਹਨਾਂ ਦੀ? ਇਹਨਾਂ ਕੋਲ ਆਪਣੀ ਆਈਡੀਓਲੋਜੀ ਸੀ ਜਿਹੜੀ ਉਹ ਬਦਲਤੀ। ਜਿਹੜੀ ਇਹਨਾਂ ਦੀ ਆਪਣੇ ਲੀਡਰ ਹੈਗੇ, ਨਵੇਂ ਕੋਈ ਲੀਡਰ ਨਹੀਂ ਆ, ਪੁਰਾਣੇ ਲੀਡਰ। ਫਿਰ ਲੋਕਾਂ ਨੂੰ ਕੀ ਬਦਲਿਆ ਹੋਇਆ ਦਿਖੇਗਾ ਇਹਨਾਂ ਦੇ ਵਿੱਚ? ਮੈਂ ਇਹ ਗੱਲ ਸਮਝਦਾ ਕਿ ਉਹੀ ਲੀਡਰ ਆ ਜਿਹੜੇ ਲੋਕਾਂ ਨੇ ਪਹਿਲਾਂ ਹੀ ਨਕਾਰੇ ਹੋਏ ਆ, ਉਹਨਾਂ ਨੂੰ ਅਗਰ ਇਹ ਅੱਗੇ ਲੈ ਕੇ ਆਉਣਗੇ ਤਾਂ ਭਾਜਪਾ ਦੀ, ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ, ਇਮੇਜ ਜਿਹੜੀ ਪੰਜਾਬ ਦੇ ਵਿੱਚ ਹੈ ਐਂਟੀ ਸਿੱਖ ਔਰ ਐਂਟੀ ਕਿਸਾਨ ਔਰ ਐਂਟੀ ਪੰਜਾਬ, ਇਹ ਜਿਹੜੀ ਇਹਨਾਂ ਦੀ ਸੋਚ ਹੈ। ਜਿੰਨਾ ਮਰਜ਼ੀ ਇਹ ਪੌਲਿਸ਼ਾਂ ਕਰੀ ਜਾਣ, ਜਿੰਨਾ ਮਰਜ਼ੀ ਇਹ ਸਿੱਖ ਲੀਡਰਾਂ ਨੂੰ ਅਕਾਲੀ ਦਲ ਚੋਂ ਕਾਂਗਰਸ ਚੋਂ ਚੁੱਕ ਕੇ ਪੌਲਿਸ਼ ਕਰਕੇ ਅੱਗੇ ਕਰੀ ਜਾਣ, ਲੋਕ ਭਲੀ ਭਾਂਤੀ ਜਾਣਦੇ ਆ। ਉਹਨਾਂ ਨੇ ਆਮ ਆਦਮੀ ਪਾਰਟੀ ਦਾ ਜਿਹੜਾ ਤਜਰਬਾ ਕੀਤਾ ਸੀ ਨਾ, ਉਹ ਤਜਰਬਾ ਉਹਨਾਂ ਦਾ ਫੇਲ ਹੁੰਦਾ ਦਿਖ ਰਿਹਾ ਹੈ ਪੰਜਾਬ ਦੇ ਵਿੱਚ, ਭੱਠਾ ਬਹਿ ਗਿਆ। ਤਾਂ ਉਹ ਇਸ ਤਜਰਬੇ ਨੂੰ ਮੈਂ ਨਹੀਂ ਸਮਝਦਾ ਕਿ ਭਾਜਪਾ ਨੂੰ ਕੋਈ ਬਾਹਲਾ ਇਹਦੇ 'ਚ ਤਵੱਜੋ ਦੇਣਗੇ ਲੋਕ। ਜੀ ਥੈਂਕ ਯੂ ਵੈਰੀ ਮਚ ਜੀ। ਤੁਹਾਡਾ ਵੀ ਪੁਆਇੰਟ ਆ ਗਿਆ ਚੰਨੀ ਸਾਹਿਬ। ਮਾਮਲਾ ਜਿਹੜਾ ਹੈਗਾ ਵੱਡੇ ਸਵਾਲਾਂ ਦੇ ਉੱਤੇ ਆ ਕੇ, ਪਹਿਲੀ ਗੱਲ ਤਾਂ ਬਾਲਵੀਰ ਦਿਵਸ ਦੀ ਗੱਲ ਹੈ, ਉਹਦੇ ਬਾਰੇ ਸੰਧੂ ਸਾਹਿਬ ਦੀ ਵੀ ਰਾਏ ਹੈ ਔਰ ਮਠਾੜੂ ਸਾਹਿਬ ਦੀ ਵੀ ਰਾਏ ਹੈ ਕਿ ਭਾਜਪਾ ਦਾ ਆਪਣਾ ਨਜ਼ਰੀਆ ਹੋ ਸਕਦਾ, ਪਰ ਜਿਹੜੀ ਪਹਿਚਾਣ ਹੈ ਉਹ ਪਹਿਚਾਣ ਕਿਧਰੇ ਖੁਰਦੀ ਜਾਂ ਉਹਨੂੰ ਖੋਰਾ ਲੱਗਦਾ ਨਜ਼ਰ ਆਉਂਦਾ ਜੇ ਬਾਲਵੀਰ ਦਿਵਸ ਦੇ ਤੌਰ 'ਤੇ ਆਪਾਂ ਕੋਈ ਨਵਾਂ ਚੈਪਟਰ ਲੈ ਕੇ ਆਉਂਦੇ ਹਾਂ। ਇਹ ਗੱਲ। ਦੂਜਾ ਸਵਾਲ ਇਹ ਵੀ ਵੱਡਾ ਉੱਠ ਰਿਹਾ ਕਿ ਜੇ ਆਪਾਂ ਇਸ ਤਰੀਕੇ ਦੇ ਨਾਲ ਭਾਜਪਾ ਵੱਲੋਂ ਸਿੱਖ ਲੀਡਰਸ਼ਿਪ ਨੂੰ ਆਪਣੇ 'ਚ ਸ਼ਾਮਲ ਕਰਨ ਜਾਂ ਕਾਂਗਰਸ ਨੂੰ ਆਪਣੇ 'ਚ ਲਿਆਉਣ ਦੀ, ਆਗੂਆਂ ਨੂੰ, ਵੱਡੇ ਚਿਹਰਿਆਂ ਨੂੰ ਲਿਆਉਣ ਦੀ ਗੱਲ ਕਰਦੇ, ਜਿਹੜੀ ਗੱਲ ਸੰਧੂ ਸਾਹਿਬ ਨੇ ਵੀ ਕੀਤੀ ਹੈ, ਇਹਦੇ ਬਾਵਜੂਦ ਵੀ ਕਹਿੰਦੇ ਭਾਜਪਾ ਦੇ ਕੁਛ ਅੱਲੇ ਪੱਲੇ ਪੰਜਾਬ 'ਚ ਪੈਂਦਾ ਨਜ਼ਰ ਨਹੀਂ ਆਉਂਦਾ। ਦੋਨੇ ਮੁੱਦਿਆਂ ਦੇ ਉੱਤੇ ਕੀ ਕਹੋਗੇ? ਸਿੱਧੂ ਸਾਹਿਬ, ਗੱਲ ਇਹ ਹੈਗੀ ਆ ਕਿ ਜਿਹੜੀਆਂ ਇਹ ਗੱਲਾਂ ਦੋਨੋਂ ਮੇਰੇ ਵੀਰ ਕਹਿ ਰਹੇ ਨੇ, ਇੱਕ ਤਾਂ ਉਹਦਾ ਜਿਹੜਾ ਜਵਾਬ ਹੈਗਾ ਉਹ ਸਮਾਂ ਦੇਗਾ। ਆਪਾਂ ਕਿਸੇ ਬਾਰੇ ਜਾਂ ਕਿਸੇ ਆਉਣ ਵਾਲੇ ਸਮੇਂ ਬਾਰੇ ਆਪਾਂ ਉਹਦਾ ਕੋਈ ਪਹਿਲਾ ਨਤੀਜਾ ਕੱਢ ਨਹੀਂ ਸਕਦੇ, ਸਮੇਂ ਨਾਲ ਪਤਾ ਲੱਗਦਾ ਜੀ। ਹੁਣ ਲੋਕਾਂ ਨੇ ਆਪ ਨੂੰ ਵੀ ਚੁਣਿਆ ਸੀ ਤੇ ਆਪ ਦਾ ਕੀ ਬਣਿਆ, ਤੇ ਲੋਕਾਂ ਨੂੰ ਹੁਣ ਅੱਜ ਇਲੈਕਸ਼ਨ ਕਰਾ ਲਓ ਫਿਰ ਪਤਾ ਲੱਗੂ ਵੀ ਇਹਨਾਂ ਦੀ ਕੀ ਕਾਰਗੁਜ਼ਾਰੀ ਹੈ। ਦੂਜੀ ਗੱਲ ਜਿਹੜੀ ਇਹ ਕਹਿ ਰਹੇ ਨੇ ਕਿ ਬਾਕੀ ਪਾਰਟੀਆਂ ਦੇ ਵਿੱਚੋਂ ਲੀਡਰ ਆਏ ਨੇ
ਉਹ ਲੀਡਰ ਨਹੀਂ ਠੀਕ ਹੈਗੇ ਜਾਂ ਉਹ ਉੱਥੋਂ ਛੱਡ ਕੇ ਆਏ ਨੇ। ਮੈਂ ਇਹ ਕਹਿ ਰਿਹਾ ਕਿ ਉਹ ਲੀਡਰ ਜਿਹੜੇ ਦੇਖੋ, ਇੱਕ ਤਾਂ ਇਹ ਹਰੇਕ ਬੰਦੇ ਦੀ ਫਰੀਡਮ ਹੈ ਵੀ ਉਹਨੇ ਕਿਹੜੀ ਪਾਰਟੀ 'ਚ ਕਦੋਂ ਤੱਕ ਰਹਿਣਾ ਤੇ ਕਦੋਂ ਛੱਡਣੀ ਹੈ ਤੇ ਕਦੋਂ ਕਿਸੇ ਹੋਰ 'ਚ ਜਾਣਾ। ਦੂਜੀ ਗੱਲ ਇਹ ਹੈਗੀ ਹੈ ਕਿ ਇੱਥੇ ਜਿਹੜੀ ਬੀਜੇਪੀ ਹੈ ਨਾ, ਉਹਦੇ ਕੋਈ ਦੋਰਾਵਾ ਨਹੀਂ ਕਿ ਉਹਨਾਂ ਦੀ ਵੀ, ਕਿਉਂਕਿ ਸਿਆਸੀ ਪਾਰਟੀ ਕੋਈ ਹੋਵੇ, ਆਪਾਂ ਨੇ ਕਹਿ ਸਕਦਾ ਵੀ ਇਹਨਾਂ ਨੇ ਕਿਉਂ ਅੱਖ ਰੱਖੀ ਹੈ, ਉਹਨਾਂ ਦਾ ਹੱਕ ਹੈ ਅੱਖ ਰੱਖਣ ਦਾ ਪੰਜਾਬ ਤੇ। ਜੇ ਪੰਜਾਬ ਦੇ ਵਿੱਚ ਵੀ ਉਹਨਾਂ ਦੀ ਪਾਰਟੀ ਹੈਗੀ ਹੈ ਤੇ ਉਹਦੀ ਹੋਂਦ ਨੂੰ ਬਰਕਰਾਰ ਕੀਤਾ ਜਾ ਸਕਦਾ ਹੈ ਜਾਂ ਬਹੁਤ ਵੱਡੇ ਪੱਧਰ ਤੇ ਵਧਾਇਆ ਫਲਾਇਆ ਜਾ ਸਕਦਾ। ਤੇ ਸਾਡਾ ਇਹ ਨਿਰਣਾ ਵੀ ਹੈ ਕਿ ਅਸੀਂ ਆਉਣ ਵਾਲੀਆਂ ਇਲੈਕਸ਼ਨਾਂ ਜਿਹੜੀਆਂ ਹੈਗੀਆਂ, ਚਾਹੇ ਮਿਊਨਿਸਪਲ ਕਾਰਪੋਰੇਸ਼ਨ ਦੀਆਂ ਹੋਣ, ਚਾਹੇ ਅਸੈਂਬਲੀ ਦੇ ਹੋਣ, ਚਾਹੇ ਪਾਰਲੀਮੈਂਟ ਦੇ ਹੋਣ, ਅਸੀਂ 117 ਕਹਿ ਲਓ, 13 ਕਹਿ ਲਓ, ਤੇ ਸਾਰੀਆਂ ਜਿਹੜੀਆਂ ਸੀਟਾਂ ਹੈਗੀਆਂ ਨੇ ਮਿਊਨਿਸਪਲ ਕਾਰਪੋਰੇਸ਼ਨ, ਉਹਨਾਂ ਤੇ ਲੜਨੀ ਹੈ ਤੇ ਸਾਡੀ ਪੂਰੀ ਤਿਆਰੀ ਹੈ। ਇਹ ਜਿਹੜੇ ਲੋਕ ਸਾਡੇ ਕੋਲ ਨਵੇਂ ਆਏ ਨੇ, ਇਹਨਾਂ ਕੋਲੇ ਪਹਿਲਾਂ ਕੋਈ ਠੋਸ ਵਿਚਾਰਧਾਰਾ ਨਹੀਂ ਸੀ। ਇਹ ਹੁਣ ਵਿਚਾਰਧਾਰਾ ਨਾਲ ਜੁੜੇ ਨੇ। ਅਸੀਂ ਕਿਸੇ ਬੰਦੇ ਨੂੰ ਵੱਡਾ ਨਹੀਂ ਕਹਿੰਦੇ, ਕਿਸੇ ਨੂੰ ਛੋਟਾ ਨਹੀਂ ਕਹਿੰਦੇ, ਚਾਹੇ ਆਮ ਚੰਨੀ ਸਾਹਿਬ ਮੈਂ ਆਮ ਸੌਰੀ, ਮੈਂ ਵਿੱਚੋਂ ਟੋਕਣਾ ਚਾਹਾਂਗਾ ਕਿਉਂਕਿ ਬਾਕੀ ਜਿਹੜੇ ਮਹਿਮਾਨ ਆ ਸ਼ਾਇਦ ਇਸ ਮੁੱਦੇ ਤੇ ਉਹਨਾਂ ਦੀ ਰਾਏ ਹੋਏਗੀ। ਸੰਧੂ ਸਾਹਿਬ ਦੀ ਗੱਲ ਕਰ ਲਈਏ, ਮਠਾੜੂ ਸਾਹਿਬ ਦੀ। ਜਦੋਂ ਆਪਾਂ ਕਹਿੰਦੇ ਜਿਹੜੇ ਆਗੂ ਉੱਧਰੋਂ ਆਏ ਆ, ਚਾਹੇ ਅਮਰਿੰਦਰ ਹੁਣੀ ਆਏ ਹੈ, ਚਾਹੇ ਅਕਾਲੀ ਦਲ 'ਚੋਂ ਆਏ ਹੈ ਜਾਂ ਦੂਜੇ ਜਿਹੜੇ ਆਏ ਹੈ, ਉਹਨਾਂ ਦੀਆਂ ਆਪਣੀਆਂ ਪਾਰਟੀਆਂ ਦੀ ਉੱਥੇ ਦਾ ਵਿਚਾਰਧਾਰਾ ਹੈ ਨਾ ਜੀ। ਇਹ ਤਾਂ ਨਹੀਂ ਕਿ ਭਾਜਪਾ ਦੀ ਇਕੱਲੀ ਵਿਚਾਰਧਾਰਾ ਹੈ। ਉਹ ਕਹਿੰਦੇ ਸਾਡੀ ਵੀ ਵਿਚਾਰਧਾਰਾ ਸੀ ਤੇ ਹੁਣ ਜੇ ਭਾਜਪਾ ਚਲੇ ਗਏ ਹੈ ਤਾਂ ਭਾਜਪਾ ਦੀ ਫਿਰ ਕਿਹੜੀ ਵਿਚਾਰਧਾਰਾ ਰਹੇਗੀ? ਇਹ ਸਵਾਲ ਉਠਾਇਆ ਮਠਾੜੂ ਹੋਣਾ ਨੇ। ਨਹੀਂ, ਤੁਸੀਂ ਮੇਰੀ ਗੱਲ, ਇੱਕ ਬੰਦਾ ਨਾ ਜਦੋਂ ਇੱਕ ਵਿਚਾਰਧਾਰਾ 'ਚ ਖੜਾ ਹੁੰਦਾ ਹੈ ਤੇ ਜੇ ਉਹਦਾ ਉੱਥੇ ਨਹੀਂ, ਜਿਵੇਂ ਹੁਣ ਜਿਸ ਤਰ੍ਹਾਂ ਕੈਪਟਨ ਸਾਹਿਬ ਨੂੰ ਪਾਰਟੀ ਨੇ ਕੱਢਿਆ ਜਾਂ ਜਿਹੜੀਆਂ ਹੋਰ ਲੀਡਰਾਂ ਨੂੰ ਕੱਢਿਆ, ਚਾਹੇ ਸਰੂਪ ਚੰਦ ਸਿੰਗਲਾ ਦੀ ਗੱਲ ਕਰ ਲਓ, ਵੀ ਉਹ ਕਹਿੰਦਾ ਮੈਂ ਦੱਸ ਸਕਦਾ ਮੇਰੀ ਕਿਹੜੀ ਪਾਰਟੀ ਹੈ, ਮੈਂ ਕਿਹੜੀ ਪਾਰਟੀ ਦਾ ਕੈਂਡੀਡੇਟ। ਉਹ ਕਹਿੰਦੇ ਇਹ ਨਹੀਂ ਅਸੀਂ ਦੱਸ ਸਕਦੇ। ਸੋ ਜਦੋਂ ਲੋਕ ਜਲੀਲ ਹੁੰਦੇ ਆ ਨਾ ਪਾਰਟੀਆਂ ਦੇ ਵਿੱਚ, ਉਦੋਂ ਹੀ ਲੋਕ ਛੱਡਦੇ ਆ। ਅਦਰਵਾਈਜ਼ ਕੋਈ ਬੰਦਾ ਵਿਚਾਰਧਾਰਾ ਜਿੱਥੇ ਖੜਾ ਹੁੰਦਾ ਉਹਨੂੰ ਨਹੀਂ ਛੱਡਦਾ। ਪਰ ਜੇ ਉਹ ਅੱਜ ਤੇ ਆ ਕੇ ਛੱਡ ਗਿਆ ਹੈਗਾ, ਇਹਦਾ ਮਤਲਬ ਉਹਦਾ ਪਿਛਲੀ ਵਿਚਾਰਧਾਰਾ ਨਾਲੋਂ ਪਿਆਰ ਸਨੇਹ ਟੁੱਟ ਗਿਆ ਤੇ ਜਿਹੜੀ ਨਵੀਂ ਵਿਚਾਰਧਾਰਾ ਦੇ ਵਿੱਚ ਆਇਆ ਹੈਗਾ ਉਹਦੇ ਨਾਲ ਉਹ ਜੁੜ ਗਿਆ। ਮੈਂ ਇਹ ਗੱਲ ਕਹਿਣੀ ਚਾਹੁੰਦਾ, ਮੈਂ ਕਿਸੇ ਵਿਚਾਰਧਾਰਾ ਨੂੰ ਚੰਗਾ ਬੜਾ ਨਹੀਂ ਕਹਿੰਦਾ। ਮੈਂ ਕਹਿੰਦਾ ਕਿ ਉਹਨਾਂ ਦਾ ਫੈਸਲਾ ਸੀ, ਉਹਨਾਂ ਪਹਿਲਾਂ ਉਸ ਵਿਚਾਰਧਾਰਾ ਤੇ ਖੜੇ ਰਹੇ, ਜਦੋਂ ਉੱਥੋਂ ਉਹਨਾਂ ਦਾ ਅੰਤ ਹੋ ਗਿਆ, ਉਹਨਾਂ ਦਾ ਨਹੀਂ ਰਿਹਾ, ਉਹ ਨਵੀਂ ਵਿਚਾਰਧਾਰਾ ਜਾ ਕੇ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਦੇ ਵਿੱਚ ਚਾਹੇ ਕੋਈ ਪ੍ਰਾਈਮ ਮਿਨਿਸਟਰ ਹੈ, ਚਾਹੇ ਕੋਈ ਸਧਾਰਨ ਵਰਕਰ ਹੈ, ਉਹ ਇੱਕੋ ਬਰਾਬਰ ਨੇ। ਇੱਥੇ ਕੋਈ ਅਹੁਦੇਦਾਰੀ ਉਸ ਤਰ੍ਹਾਂ ਦੀ ਨਹੀਂ ਹੈਗੀ, ਹਰ ਬੰਦਾ ਕਾਰਿਆ ਕਰਤਾ। ਉਹਦੇ ਨਾਲ ਕੀ ਹੈਗਾ ਕਿ ਜਿਹੜਾ ਵਿਚਾਰਧਾਰਾ ਦੇ ਵਿੱਚ ਆ ਗਿਆ, ਉਹਨੂੰ ਇੱਕੋ ਹੀ ਗੱਲ ਕਹੀ ਜਾਂਦੀ ਹੈ, ਜੇ ਤੈਨੂੰ ਵਿਚਾਰਧਾਰਾ ਮਨਜ਼ੂਰ ਆ ਸਾਡੇ ਚਾਹ, ਨਹੀਂ ਹੈ ਤਾਂ ਨਾ। ਤੋ ਇਸ ਕਰਕੇ ਵਿਚਾਰਧਾਰਾ ਜਿਹੜੀ ਹੈਗੀ ਆ ਉਹੀ ਬੀਜੇਪੀ ਨੂੰ ਸਾਰੇ ਪੰਜਾਬ ਦੇ ਵਿੱਚ ਫੈਲਾਏਗੀ, ਅੱਗੇ ਜਾਏਗੀ। ਔਰ ਜੇ ਕੋਈ ਵਿਕਲਪ ਬਣੇਗਾ ਇਸ ਸਰਕਾਰ ਦਾ ਤੇ ਉਹ ਬੀਜੇਪੀ ਹੋਏ ਜਵਾਬ ਲੈਣੇ ਜੀ। ਸੰਧੂ ਸਾਹਿਬ, ਜਗਤਾਰ ਜੀ, ਗੱਲ ਇਹ ਹੈ ਬਈ ਵਿਚਾਰਧਾਰਾ ਦੀ ਗੱਲ ਹੁੰਦੀ। ਮੈਂ ਸੋਚ ਰਿਹਾ ਸੀ ਵੀ ਵਿਚਾਰਧਾਰਾ ਕਿਹਦੀ ਆ, ਵੀ ਇੱਕ ਪਰਸਨਲ ਬੰਦੇ ਦੀ ਵਿਚਾਰਧਾਰਾ ਵੀ ਆ, ਕੀ ਉਹਦੀ ਵਿਚਾਰਧਾਰਾ ਬਈ ਕਾਂਗਰਸ ਦੇ ਵਿੱਚ ਹੀ ਸ਼ੁਰੂ ਤੋਂ ਰਹੇ, ਕਾਂਗਰਸ ਦੇ ਵਿੱਚ ਹੀ ਮੰਤਰੀ ਬਣੇ, ਕਾਂਗਰਸ ਦੇ ਵਿੱਚ ਹੀ ਕਈ ਕੁਝ ਰਹੇ ਤੇ ਮਿੰਟ 'ਚ ਛੱਡ ਕੇ ਤੇ ਬੀਜੇਪੀ ਦੇ ਵਿੱਚ ਚੱਲ ਗਏ। ਇਹਦਾ ਮਤਲਬ ਬੰਦੇ ਦੀ ਕੋਈ ਵਿਚਾਰਧਾਰਾ ਨਹੀਂ ਹੋਈ। ਦੂਜੇ ਬੰਦੇ ਜੇ ਆਪਾਂ ਪਾਰਟੀਆਂ ਦੀ ਗੱਲ ਕਰ ਰਹੀਏ, ਪਾਰਟੀਆਂ ਦੀ ਵੀ ਕੀ ਵਿਚਾਰਧਾਰਾ? ਕੋਈ ਪਾਰਟੀ ਦੀ ਵਿਚਾਰਧਾਰਾ ਨਹੀਂ। ਮਤਲਬ ਜੋ ਮਰਜ਼ੀ ਜਿਹੜਾ ਆਂਦਾ ਆਣ ਦਿਓ, ਬਾਈ ਹੁੱਕ ਔਰ ਬਾਈ ਕਰੁਕ ਉਹਨਾਂ ਦਾ ਇੱਕੋ ਏਮ ਹੁੰਦਾ ਵੀ ਅਸੀਂ ਇਲੈਕਸ਼ਨਸ ਜਿੱਤਣੀਆਂ ਨੇ, ਜਿਹੜਾ ਮਰਜ਼ੀ ਆ ਜੇ। ਮੇਰੇ ਹਿਸਾਬ ਨਾਲ ਵਿਚਾਰਧਾਰਾ ਸ਼ਬਦ ਦਾ ਤੇ ਖਤਮ ਹੀ ਕਰ ਦੇਣਾ ਚਾਹੀਦਾ ਨਾ ਤੇ ਇੱਕ ਜਿਹੜਾ ਲੀਡਰ ਹੈ ਉਹਦੀ ਵਿਚਾਰਧਾਰਾ ਰਹਿ ਗਈ। ਆਪਣੇ ਵਰਕਰਾਂ ਨੂੰ 5 ਸਾਲ ਇੱਕ ਪਾਰਟੀ ਦੇ ਕਰਕੇ ਉਹ ਠੱਗਦਾ ਰਿਹਾ ਵੀ ਤੁਸੀਂ ਆਹ ਪਾ ਦਿਓ, ਉਹਨਾਂ ਨੇ ਵੋਟ ਪਾਤੀ, ਉਹ ਬੰਦਾ ਇੱਕਦਮ ਛੱਡ ਕੇ ਪਾਰਟੀ ਦੂਜੀ ਚਲਾ ਗਿਆ, ਉਹ ਤੇ ਵਿਚਾਰੇ ਠੱਗੇ ਤੇ ਠੱਗੇ ਰਹਿ ਗਏ ਨਾ। ਉਹਨਾਂ ਦੀ ਵਿਚਾਰਧਾਰਾ ਕਿੱਥੇ ਗਈ? ਜਿਹੜੀ ਵਰਕਰ ਸੀ ਉਹਨਾਂ ਦੀ ਵਿਚਾਰਧਾਰਾ ਤੇ 1 ਮਿੰਟ 'ਚ ਖਤਮ ਹੋ ਗਈ। ਪਾਰਟੀਆਂ ਦੀ ਵੀ ਗੱਲ ਕਰ ਲਈਏ, ਪਾਰਟੀ ਦੀ ਕਾਹਦੀ ਵਿਚਾਰਧਾਰਾ? ਆਈਡੀਓਲੋਜੀ ਲਿਖਿਆ ਆਹ ਹੋਣਾ ਚਾਹੀਦਾ, ਆਹ ਨਹੀਂ ਹੋਣਾ ਚਾਹੀਦਾ, ਮਿੰਟ 'ਚ ਆਈਡੀਓਲੋਜੀ ਖਤਮ ਹੋ ਜਾਂਦੀ ਆ। ਉੱਥੋਂ ਬੰਦਾ ਆਂਦਾ, ਇੱਥੋਂ ਚੁੱਕ ਕੇ ਉਹਨੂੰ ਸਹਿ ਪ੍ਰਭਾਰੀ ਬਣਾ ਲੈਂਦੇ ਨੇ, ਉਹਨੂੰ ਵਾਈਸ ਪ੍ਰਧਾਨ ਬਣਾ ਦਿੰਦੇ ਨੇ, ਉਹਨੂੰ ਸਪੋਕਸਪਰਸਨ ਬਣਾ ਦਿੰਦੇ ਨੇ। ਵਿਚਾਰਧਾਰਾ ਦਾ ਤੇ ਕੰਮ ਹੀ ਖਤਮ ਹੋ ਗਿਆ। ਵਿਚਾਰਧਾਰਾ ਚੰਨੀ ਸਾਹਿਬ ਕਹਿ ਰਹੇ ਹੈ, ਉਹ ਕਹਿ ਰਹੇ ਕਿ ਜਦੋਂ ਜਲਾਲਤ ਕੀਤੀ ਜਾਂਦੀ ਹੈ ਉਹਨਾਂ ਪਾਰਟੀਆਂ 'ਚ, ਜ਼ਲੀਲ ਹੋ ਕੇ ਜਿਹੜਾ ਕੋਈ ਆਗੂ ਬਾਹਰ ਆਉਂਦੇ ਤੇ ਫਿਰ ਆਪਣਾ ਕੋਈ ਨਾ ਕੋਈ ਨਵਾਂ ਰਸਤਾ ਅਖਤਿਆਰ ਉਹਨਾਂ ਨੇ ਕਰਨਾ ਹੀ ਕਰਨਾ ਹੈ। ਪਿਛਲੀ ਵਿਚਾਰਧਾਰਾ ਆਪੇ ਛੱਡ ਦਿੰਦੇ ਆ, ਕਹਿੰਦੇ ਕਿਉਂਕਿ ਜ਼ਲੀਲ ਹੋ ਕੇ ਬਾਹਰ ਆਏ ਆ ਉਹ। ਸਿੱਧੂ ਸਾਹਿਬ, ਮੈਨੂੰ ਤੁਸੀਂ ਗੱਲ ਦੱਸੋ ਬਈ ਜਿੰਨੇ ਬੰਦੇ ਸਾਰੇ ਜਿਨ੍ਹਾਂ ਨਾਲ ਸਾਰਿਆਂ ਨਾਲ ਜਲਾਲਤ ਹੋਈ ਸੀ, ਇੱਕ ਦਾ ਨਾਮ ਕਰਕੇ ਤੁਸੀਂ ਮੈਨੂੰ ਲੈਣੇ ਦੱਸੋ ਤੇ ਮੈਂ ਦੱਸਾਂ ਵੀ ਪਾਰਟੀ ਨੇ ਕੀ ਦਿੱਤਾ ਤੇ ਉਹਨਾਂ ਨੇ ਸਾਨੂੰ ਕੀ ਦਿੱਤਾ। ਉਹਨਾਂ ਨੇ ਸਾਨੂੰ ਜਲਾਲਤ ਦਿੱਤੀ, ਅਸੀਂ ਉਹਨਾਂ ਨੂੰ ਜਲਾਲਤ ਨਹੀਂ ਦਿੱਤੀ, ਉਹਨਾਂ ਨੇ ਸਾਨੂੰ ਜਲਾਲਤ ਦਿੱਤੀ ਆ। ਤੇ ਜੇ ਉਹਨਾਂ ਨੇ ਸਾਨੂੰ ਜਲਾਲਤ ਪਾਰਟੀ ਨੂੰ ਦਿੱਤੀ ਆ ਤੇ ਅੱਜ ਲੋਕਾਂ ਦੀ ਕਚਹਿਰੀ ਚੋਂ ਕਿਸੇ ਜੋਗੇ ਵੀ ਨਹੀਂ ਹੈਗੇ।
ਅੱਜ ਜਿਹੜਾ ਪਾਰਟੀ 'ਚ ਆਪਣੀ ਭਾਵੇਂ ਕਾਂਗਰਸ ਹੈ, ਭਾਵੇਂ ਬੀਜੇਪੀ ਆ, ਭਾਵੇਂ ਅਕਾਲੀ ਦਲ ਹੈ, ਭਾਵੇਂ ਆਮ ਆਦਮੀ ਆ, ਜਿਹੜਾ ਬੰਦਾ ਆਪਣੀ ਪਾਰਟੀ ਦੇ ਵਿੱਚ ਖੜ ਕੇ ਕੰਮ ਕਰਦਾ ਉਹਦੀ ਵੈਲਿਊ ਆ, ਮੈਂ ਉਹਦੀ ਦੀਦ ਕਰਦਾ, ਮੈਂ ਉਹਦੀ ਕਦਰ ਕਰਦਾ। ਜਿਹੜਾ ਬੰਦਾ ਪਾਰਟੀ ਛੱਡ ਕੇ ਦੂਜੇ ਬੰਦੇ ਚਲੇ ਜਾਂਦਾ, ਜਲੀਲ ਉਹ ਹੁੰਦਾ, ਜਲੀਲ ਉਹਦੇ ਵਰਕਰ ਹੋ ਜਾਂਦੇ ਵਿਚਾਰੇ, ਉਹ ਕਹਿੰਦਾ ਜਲੀਲ। ਦੂਜੀ ਪਾਰਟੀ ਦੇ ਵਿੱਚ ਜਲੀਲ ਦੇਖੋ ਕੋਈ 0.1% ਮੈਂ ਮੰਨ ਸਕਦਾ ਕਿਤੇ ਗੱਲ ਹੋਊਗੀ, ਪਰ ਸਾਰੇ ਬੰਦੇ ਇੰਨੇ ਉਹਦੇ ਲਈ ਤੁਸੀਂ ਇੰਨੇ ਕੰਮ ਕੀਤੇ, ਇੰਨੇ ਤੁਸੀਂ ਗੱਡੀਆਂ ਲੈ ਕੇ ਘੁੰਮੇ, ਇੰਨੇ ਗਨਮੈਨ ਲੈ ਕੇ ਘੁੰਮੇ, ਇੰਨੇ ਲੋਕਾਂ ਤੁਹਾਨੂੰ ਸਲਾਮਾਂ ਕੀਤੀਆਂ, ਅੱਜ ਤੁਹਾਨੂੰ ਆਈਡੀਓਲੋਜੀ ਉਸ ਪਾਰਟੀ ਦੀ ਪਸੰਦ ਨਹੀਂ। ਇਟਸ ਨਾਟ ਫੇਅਰ ਸਰ, ਇਟਸ ਨਾਟ ਫੇਅਰ। ਮੈਂ ਨਹੀਂ ਕਾਂਗਰਸ ਦੀ ਗੱਲ ਨਹੀਂ ਕਰਦਾ, ਕਾਂਗਰਸ ਦੀ ਗੱਲ ਕਰਦਾ। ਤੁਹਾਡੀ ਗੱਲ ਆ ਗਈ ਮਠਾੜੂ ਸਾਹਿਬ ਇਸੇ ਮਾਮਲੇ ਤੇ ਮੈਂ ਤੁਹਾਡੇ ਕੋਲੋਂ ਕਮੈਂਟਸ ਲੈਣਾ ਚਾਹਾਂਗਾ। ਚੰਨੀ ਸਾਹਿਬ ਨੇ ਕਿਹਾ ਕਿ ਜੋ ਪਾਰਟੀਆਂ ਦੀ ਗੱਲ ਕਰਦੇ ਆ ਤਾਂ ਭਾਜਪਾ ਜਿਸ ਤਰੀਕੇ ਨਾਲ ਉਹ ਕਹਿੰਦੇ ਅਸੀਂ ਤਾਂ ਡੰਕੇ ਦੀ ਚੋੜ ਤੇ ਚਾਹੇ 117 ਵਿਧਾਨ ਸਭਾ ਦੀ ਗੱਲ ਕਰ ਲਈਏ, ਚਾਹੇ ਜਿਹੜੀਆਂ ਹੈਗੀਆਂ ਸਥਾਨਕ ਚੋਣਾਂ ਦੀ ਗੱਲ ਕਰ ਲਈਏ ਜਾਂ ਦੂਜੀਆਂ ਚੋਣਾਂ ਦੀ ਗੱਲ ਕਰ ਲਈਏ, ਭਾਜਪਾ ਆਪਣੇ ਤੌਰ ਤੇ ਨਿਸ਼ਾਨਾ ਲੈ ਕੇ ਸਾਡਾ ਅਧਿਕਾਰ ਆ, ਉਹ ਕਹਿੰਦੇ ਅੱਗੇ ਵਧ ਹੀ ਰਹੇ ਆ ਅਸੀਂ, ਤੇ ਦੂਜੀਆਂ ਪਾਰਟੀਆਂ ਜਿਹੜੇ ਆਗੂ ਆਏ ਆ ਉਹ ਹੁਣ ਸਾਡੀ ਪਾਰਟੀ ਦਾ ਹੀ ਹਿੱਸਾ ਜਾਂ ਵਿਚਾਰਧਾਰਾ ਨਾਲ ਜੁੜ ਚੁੱਕੇ ਆ, ਪਹਿਲੀਆਂ ਪਾਰਟੀਆਂ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਰਿਹਾ। ਸਿੱਧੂ ਸਾਹਿਬ ਪਤਾ ਕੀ ਹੈ, ਆਪਾਂ ਚੰਨੀ ਸਾਹਿਬ ਨੂੰ ਇਹ ਗੱਲ ਨਹੀਂ ਕਹੀ ਵੀ ਤੁਸੀਂ ਚੋਣਾਂ ਨਾ ਲੜੋ, ਆਪਾਂ ਕਦੇ ਵੀ ਨਹੀਂ ਕਿਹਾ। ਅਸੀਂ ਤਾਂ ਇਹਨਾਂ ਨੂੰ ਉਦੋਂ ਵੀ ਕਿਹਾ ਸੀ ਇਹ ਐਸਜੀਪੀਸੀ ਦੇ ਵਿੱਚ ਦਖਲਅੰਦਾਜ਼ੀ ਦਿੰਦੇ ਸੀ, ਅਸੀਂ ਆਖਿਆ ਭਾਈ ਐਸਜੀਪੀਸੀ ਦੇ ਵਿੱਚ ਵੀ ਚੋਣਾਂ ਲੜੋ। ਆਪਾਂ ਚੋਣਾਂ ਲੜਨ ਬਾਰੇ ਤਾਂ ਇਹਨਾਂ ਨੂੰ ਕਿਹਾ ਹੀ ਨਹੀਂ। ਅਸੀਂ ਕਦੋਂ ਕਹਿੰਦੇ ਵੀ 117 ਦੀਆਂ 17 ਸੀਟਾਂ ਤੇ ਚੋਣਾਂ ਲੜਨ, 13 ਲੋਕ ਸਭਾ ਤੇ ਲੜਨ, ਆਪਾਂ ਕਦੋਂ ਕਿਹਾ ਇਹਨਾਂ ਨੂੰ ਵੀ ਚੋਣਾਂ ਨਾ ਲੜੋ? ਨਾ ਹੀ। ਹਾਂ, ਗੱਲ ਕਰਦੇ ਆ ਵਿਚਾਰਧਾਰਾ ਦੀ, ਇਹ ਕਹਿੰਦੇ ਵੀ ਸਾਡੀ ਵਿਚਾਰਧਾਰਾ। ਪਹਿਲੀ ਗੱਲ ਤਾਂ ਅੱਜ ਤੱਕ ਭਾਜਪਾ ਦੀ ਕਿਸੇ ਨੂੰ ਵਿਚਾਰਧਾਰਾ ਦਾ ਪਤਾ ਨਹੀਂ ਚੱਲਿਆ ਕਿ ਉਹਨਾਂ ਦੀ ਵਿਚਾਰਧਾਰਾ ਕੀ ਹੈ, ਕਿ ਕੀ ਹਿੰਦੂ ਰਾਸ਼ਟਰ ਦੀ ਵਿਚਾਰਧਾਰਾ ਜਾਂ ਕੋਈ ਹੋਰ ਵਿਚਾਰਧਾਰਾ ਹੈ। ਮੈਨੂੰ ਨਹੀਂ ਅੱਜ ਤੱਕ ਇਹਨਾਂ ਦੀ ਵਿਚਾਰਧਾਰਾ ਸਮਝ ਆਈ। ਦੂਜੀ ਗੱਲ, ਫਿਰ ਇਹ ਕਹਿੰਦੇ ਜਿਹੜੇ ਵਿਚਾਰਧਾਰਾ ਨੇ ਹੀ ਕੰਮ ਕਰਨਾ ਹੁੰਦਾ ਹੈ, ਲੀਡਰਾਂ ਨੇ ਕੰਮ ਨਹੀਂ ਕਰਨਾ ਹੁੰਦਾ, ਉਹਨਾਂ ਨੇ ਤਾਂ ਉਹ ਵਿਚਾਰਧਾਰਾ ਅਡਾਪਟ ਕਰਨੀ ਹੁੰਦੀ ਹੈ। ਮੈਂ ਚੰਨੀ ਸਾਹਿਬ ਬੜੇ ਸਤਿਕਾਰਯੋਗ ਹੈ, ਇੱਕ ਗੱਲ ਪੁੱਛਣੀ ਚਾਹਾਂਗਾ, ਸਵਾਲ ਹੈ ਮੇਰਾ, ਅਗਰ ਵਿਚਾਰਧਾਰਾ ਨੇ ਹੀ ਜਿੱਤਣਾ ਹੈ ਤਾਂ ਇਹ ਲੀਡਰਾਂ ਤੋਂ ਤੁਸੀਂ ਕਰਾਉਣਾ ਕੀ ਸੀ? ਤੁਸੀਂ ਆਪਣੀ ਪਾਰਟੀ ਦੇ ਛੋਟੇ-ਮੋਟੇ ਅਫਸਰ ਜਿਹੜੇ ਲੀਡਰ ਸੀ ਜਾਂ ਛੋਟੇ-ਮੋਟੇ ਵਰਕਰ ਸੀ ਉਹਨਾਂ ਨੂੰ ਇੱਥੇ ਇੰਚਾਰਜ ਵਗੈਰਾ ਲਗਾਉਂਦੇ, ਅਹੁਦਿਆਂ ਤੇ ਲਗਾਉਂਦੇ, ਕੱਲ ਨੂੰ ਟਿਕਟਾਂ ਦਿੰਦੇ, ਵਿਚਾਰਧਾਰਾ ਨੇ ਜਿੱਤ ਜਾਣਾ ਸੀ। ਲੀਡਰਾਂ ਤੋਂ ਕੀ ਕਰਾਉਣਾ ਸੀ ਤੁਸੀਂ? ਇਹ ਵਿਚਾਰਧਾਰਾ ਵਾਲੀ ਗੱਲ ਜਿਹੜੀ ਹੈਗੀ ਹੈ ਝੂਠੀ ਹੈ, ਕੋਈ ਵਿਚਾਰਧਾਰਾ ਨਹੀਂ ਇਹਨਾਂ ਦੀ। ਇਹਨਾਂ ਨੇ ਸਿਰਫ ਇੱਕ ਇਹਨਾਂ ਨੇ ਪਰਨ ਲਿਆ ਹੋਇਆ ਕਾਂਗਰਸ ਮੁਕਤ ਵਾਲਾ, ਕਿ ਅਸੀਂ ਭਾਰਤ ਨੂੰ ਕਾਂਗਰਸ ਮੁਕਤ ਕਰ ਦੇਣਾ, ਜਦੋਂ ਕਿ ਅੱਜ ਤੱਕ ਮੈਂ ਕਾਂਗਰਸ ਦਾ ਸਪੋਰਟਰ ਨਹੀਂ ਹੈ, ਨਾ ਕਾਂਗਰਸ ਦਾ ਸਮਰਥਨ ਕਰਦਾ। ਕੋਈ ਵੀ ਪਾਰਟੀ ਨੂੰ ਕੋਈ ਵੀ ਦੂਸਰੀ ਪਾਰਟੀ ਮੁਕਤ ਨਹੀਂ ਕਰ ਸਕਦੀ ਦੇਸ਼ ਦੇ ਵਿੱਚੋਂ, ਕਦੇ ਪਾਰਟੀ ਖਤਮ ਨਹੀਂ ਹੋਇਆ। ਮਠਾੜੂ ਸਾਹਿਬ ਥੋੜਾ ਟੋਕਣਾ ਚਾਹਾਂਗਾ ਕਿ ਅਕਾਲੀ ਦਲ ਦੇ ਵਿੱਚੋਂ ਵੀ ਗਏ ਆ ਭਾਜਪਾ ਦੇ ਅੰਦਰ, ਜੇ ਆਪਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਗੱਲ ਕਰ ਲਈਏ ਜਾਂ ਹੋਰ ਕਈ ਆਗੂਆਂ ਦੀ ਗੱਲ ਕਰ ਲਈਏ, ਇਹ ਅਕਾਲੀ ਦਲ ਚੋਂ ਵੀ। ਮੈਂ ਉਹੀ ਗੱਲ, ਇਹ ਆਉਂਦਾ ਜਾਂਦਾ ਰਹਿੰਦਾ ਹੈ। ਜੋਸ਼ੀ ਸਾਹਿਬ ਭਾਜਪਾ ਛੱਡ ਕੇ ਅਕਾਲੀ ਦਲ ਦੇ ਵਿੱਚ ਆ ਗਏ, ਜਿਹੜੇ ਇਹਨਾਂ ਦੇ ਅਨਿਲ ਜੋਸ਼ੀ ਸੀ, ਉਹ ਇਹ ਚੱਲਦਾ ਰਹਿੰਦਾ। ਜਿਹੜੀ ਵਿਚਾਰਧਾਰਾ ਹੈਗੀ ਹੈ, ਇਹਨਾਂ ਨੇ ਗੱਲ ਕਰੀ, ਮੈਂ ਗੱਲ ਕਰ ਰਿਹਾ ਵਿਚਾਰਧਾਰਾ ਦੀ। ਅਗਰ ਇਹ ਵਿਚਾਰਧਾਰਾ ਨੂੰ ਲੀਡਰ ਤੋਂ ਵੱਡੀ ਮੰਨਦੇ ਆ, ਅਗਰ ਇਹ ਕਹਿੰਦੇ ਆ ਵੀ ਵਿਚਾਰਧਾਰਾ ਦੀ ਲੜਾਈ ਹੈ ਸਾਡੀ, ਵਿਚਾਰਧਾਰਾ ਲੀਡਰ ਤੋਂ ਵੱਡੀ ਹੈ, ਫਿਰ ਤੁਸੀਂ ਕਾਂਗਰਸ ਦੇ ਵਿੱਚੋਂ ਤੇ ਅਕਾਲੀ ਦਲ ਦੇ ਵਿੱਚੋਂ ਲਿਆਂਦੇ ਹੋਏ ਲੀਡਰਾਂ ਨੂੰ ਆਪਣੇ ਵਰਕਰਾਂ ਦੇ ਸਿਰਾਂ ਤੇ ਕਿਉਂ ਬਿਠਾ ਰਹੇ ਹੋ? ਕਿਉਂ ਤੁਸੀਂ ਉਹਨਾਂ ਦੀ ਆਪਣੀ ਆਈਡੀਓਲੋਜੀ ਛੱਡ ਕੇ ਉਹਨਾਂ ਲੀਡਰਾਂ ਦੀ ਆਈਡੀਓਲੋਜੀ ਨੂੰ ਵੱਡਾ ਕਰ ਰਹੇ ਹੋ ਕਿ ਹਾਂ ਭਾਈ ਤੂੰ ਛੱਡ ਕੇ ਆਇਆ, ਤੈਨੂੰ ਅਸੀਂ ਵੱਡਾ। ਇਹ ਸੁਨੇਹਾ ਕੀ ਜਾਂਦਾ ਪੰਜਾਬ ਦੇ ਵਿੱਚ ਲੀਡਰਾਂ ਦੇ ਵਿੱਚ? ਸੁਨੇਹਾ ਕੀ ਜਾਂਦਾ ਵੀ ਭਾਈ ਇਹ ਪਾਰਟੀ ਨੂੰ ਛੱਡੋ, ਉਹ ਪਾਰਟੀ ਦੇ ਵਿੱਚ ਆਪਾਂ ਨੂੰ ਵੱਡਾ ਅਹੁਦਾ ਮਿਲ ਜਾਣਾ, ਉੱਥੇ ਸਿੱਧਾ ਇੰਚਾਰਜ ਟਿਕਟ ਵੀ ਮਿਲ ਜਾਣੀ ਹੈ। ਫਿਰ ਅਗਰ ਮੈਂ ਤਾਂ ਗੱਲ ਵਿਚਾਰਧਾਰਾ ਦੀ ਕਰਦਾ, ਅਗਰ ਵਿਚਾਰਧਾਰਾ ਤਕੜੀ ਹੈ ਫਿਰ ਤੁਹਾਨੂੰ ਤਗੜੇ ਉਧਰੋਂ ਲੀਡਰ ਲੈਣ ਦੀ ਕੀ ਲੋੜ ਹੈ? ਤੁਸੀਂ ਆਪਣੇ ਛੋਟੇ ਵਰਕਰ ਜਿਹੜੇ ਉਮਰਾਂ ਤੋਂ ਸਦੀਆਂ ਤੋਂ ਤੁਹਾਡੀ ਪਾਰਟੀ ਦੇ ਵਿੱਚ ਉਮਰਾਂ ਤੋਂ ਕੰਮ ਕਰ ਰਹੇ ਆ, 50-50 ਸਾਲ ਤੋਂ, 40-40 ਸਾਲ ਤੋਂ, 30-30 ਸਾਲ ਤੋਂ ਕੰਮ ਕਰ ਰਹੇ ਆ, ਉਹਨਾਂ ਵਰਕਰਾਂ ਨੂੰ ਉੱਪਰ ਲਿਆ ਕੇ ਉਹਨਾਂ ਨੂੰ ਟਿਕਟ ਦਿਓ ਨਾ। ਫਿਰ ਆਮ ਆਦਮੀ ਪਾਰਟੀ ਤੇ ਤੁਹਾਡੀ ਪਾਰਟੀ 'ਚ ਫਰਕ ਕੀ ਹੋਇਆ? ਮੈਂ ਤਾਂ ਇਹ ਗੱਲ ਕਹਿਣਾ, ਉਹ ਵੀ ਇਹੀ ਗੱਲ ਕਹਿੰਦੇ ਸੀ ਕਿ ਸਾਡੀ ਵਿਚਾਰਧਾਰਾ ਹੈ, ਸਾਡੀ ਕੇਜਰੀਵਾਲ ਦੀ ਸੋਚ ਨੇ ਜਿੱਤਣਾ। ਫਿਰ ਸੋਚ ਨੇ ਜਿੱਤਣਾ ਸੀ, ਫਿਰ ਦੂਜੇ ਬੰਦਿਆਂ ਨੂੰ ਦੂਜੀਆਂ ਪਾਰਟੀਆਂ 'ਚੋਂ ਲਿਆ ਕੇ ਟਿਕਟਾਂ ਕਿਉਂ ਦਿੱਤੀਆਂ? ਇਹੀ ਹੁਣ ਇਹ ਕਰ ਰਹੇ ਆ। ਜੋ ਹਾਲ ਅੱਜ ਆਮ ਆਦਮੀ ਕਰ ਰਹੀ ਹੈ, ਕੱਲ ਨੂੰ ਭਾਜਪਾ ਨੇ ਇਹ ਹਾਲ ਕਰ ਦੇਣਾ। ਵੈਸੇ ਤਾਂ ਇਹ ਨੌਬਤ ਆਉਣੀ ਨਹੀਂ, ਲੋਕਾਂ ਨੂੰ ਪਤਾ ਚੱਲ ਗਿਆ। ਆਪਾਂ ਜਵਾਬ ਲੈ ਲਈਏ। ਚੰਨੀ ਸਾਹਿਬ, ਜਿਸ ਮੁੱਦੇ ਤੇ ਆਪਾਂ ਗੱਲ ਕੀਤੀ ਹੈ, ਦੇਖੋ ਚਾਹੇ ਸੰਧੂ ਸਾਹਿਬ ਹੈ, ਮਠਾੜੂ ਸਾਹਿਬ, ਉਹਨਾਂ ਦਾ ਕਹਿਣਾ ਕਿ ਵਿਚਾਰਧਾਰਾ ਦੀ ਗੱਲ ਹੁੰਦੀ ਤਾਂ ਫਿਰ ਕੀ ਲੋੜ ਸੀ? ਆਪਾਂ ਕੈਪਟਨ ਅਮਰਿੰਦਰ ਦੀ ਗੱਲ ਕਰਦੇ ਹਾਂ, ਸੁਨੀਲ ਜਾਖੜ ਦੀ ਗੱਲ ਕਰਦੇ ਹਾਂ, ਦੂਜੇ ਕਈ ਸਾਬਕਾ ਮੰਤਰੀਆਂ ਦੀ ਗੱਲ ਕਰਦੇ ਹਾਂ, ਫਿਰ ਉਹ ਚਿਹਰੇ ਲੈਣ ਦੀ ਲੋੜ ਨਹੀਂ ਸੀ ਜੇ ਵਿਚਾਰਧਾਰਾ ਨੇ ਹੀ ਜਿੱਤਣਾ ਹੁੰਦਾ। ਉਹ ਕਹਿੰਦੇ ਵਿਚਾਰਧਾਰਾ ਦਾ ਤਾਂ ਸਾਨੂੰ ਪਤਾ ਹੀ ਨਹੀਂ, ਭਾਜਪਾ ਦੀ ਵਿਚਾਰਧਾਰਾ ਕਿਹੜੀ ਹੈ, ਕੋਈ ਹਿੰਦੂ ਪਤਾ ਹੈ ਜਾਂ ਕਿਹੜਾ ਪਤਾ ਖੇਡਣਾ ਚਾਹੁੰਦੀ ਹੈ ਹਿੰਦੁਸਤਾਨ ਦੇ ਅੰਦਰ ਭਾਜਪਾ। ਇਸ ਕਰਕੇ ਵਿਚਾਰਧਾਰਾ ਦੀ ਲੜਾਈ ਨਹੀਂ, ਲੜਾਈ ਤਾਂ ਸੱਤਾ ਕਿਵੇਂ ਹਾਸਲ ਕਰਨੀ ਹੈ ਉਸ ਦੀ ਲੜਾਈ ਹੈ। ਜਗਤਾਰ ਜੀ, ਇੱਕ ਤਾਂ ਮੈਨੂੰ ਬੜੀ ਹੈਰਾਨੀ ਹੈ ਕਿ ਮੇਰੇ ਵੀਰ ਮਠਾੜੂ ਸਾਹਿਬ ਕਹਿ ਰਹੇ ਆ ਵੀ ਬੀਜੇਪੀ ਦੀ ਵਿਚਾਰਧਾਰਾ ਬਾਰੇ ਕਿਸੇ ਨੂੰ ਨਹੀਂ ਪਤਾ। ਤੇ ਮੈਂ ਇਹ ਕਹਿਣਾ ਚਾਹੁੰਦਾ ਕਿ 1996 ਤੋਂ ਲੈ ਕੇ
ਅਟਲ ਬਿਹਾਰੀ ਵਾਜਪੇਈ ਦੇ ਨਾਲ ਤੇ 2020 ਤੱਕ ਇਹ ਬਿਨਾਂ ਵਿਚਾਰਧਾਰਾ ਸਮਝੇ ਤੋਂ ਬੀਜੇਪੀ ਨਾਲ ਲੱਗੇ ਰਹੇ ਔਰ ਉੱਥੇ ਜਿਹੜੀਆਂ ਮੰਤਰੀਸ਼ਿਪ ਸੀ ਉਹ ਮਾਣੀਆਂ ਇਹਨਾਂ ਨੇ। ਤੇ ਇਹ ਜਦੋਂ ਇਹਨਾਂ ਨੂੰ ਲੱਗਿਆ ਕਿ ਸਾਡਾ ਤਾਂ ਜ਼ਮੀਨ ਖੁੱਸ ਗਈ ਸਾਡੇ ਪੈਰਾਂ ਥੱਲੋਂ, ਜਿਹੜੇ ਕਾਨੂੰਨਾਂ ਨੂੰ ਕਹਿੰਦੇ ਸੀ ਵੀ ਇਹ ਵੱਡੇ ਬਾਲ ਸਾਹਿਬ ਜੀ ਆ ਰਿਹਾ ਤੁਹਾਡਾ ਜੀ ਜੀ ਚੰਨੀ ਸਾਹਿਬ ਹਾਂਜੀ ਆਵਾਜ਼ ਆ ਰਹੀ ਹੈ ਤੁਹਾਡੀ। ਹਾਂ, ਤੇ ਉਹ ਉਹਨਾਂ ਤੋਂ ਵੀ ਕਹਾਤਾ ਵੀ ਇਹ ਕਾਨੂੰਨ ਬਹੁਤ ਵਧੀਆ ਨੇ ਤੇ ਤੁਹਾਨੂੰ ਸਮਝ ਨਹੀਂ ਆ ਰਹੀ। ਇਹ ਤਾਂ ਜਦੋਂ ਇਹਨਾਂ ਦੀ ਜ਼ਮੀਨ ਖੁੱਸ ਗਈ ਆਪਣੇ ਪੈਰਾਂ ਥੱਲੋਂ ਤਾਂ ਇਹਨਾਂ ਨੂੰ ਵਿਚਾਰਧਾਰਾ ਮਾੜੀ ਲੱਗਣ ਲੱਗ ਗਈ। ਅਜੇ ਵੀ ਉਹ ਕਹਿੰਦੇ ਆ, ਇੱਕ ਪਿੱਛੇ ਮੁਲਕਾ ਸਾਹਿਬ ਦਾ ਬਿਆਨ ਆਇਆ ਸੀਗਾ, ਇਹਨਾਂ ਦੇ ਗਰਾਈ ਹੈਗੇ ਸ਼ਾਇਦ ਮੇਰਾ ਖਿਆਲ ਬਠਿੰਡੇ ਦੇ, ਉਹ ਵੀ ਕਹਿੰਦੇ ਵੀ ਕਿਸੇ ਵੇਲੇ ਵੀ ਅਸੀਂ ਬੀਜੇਪੀ ਦੇ ਵਿੱਚ ਸ਼ਾਮਲ ਜਾਂ ਸਹਿਯੋਗ ਕਰ ਸਕਦੇ ਹਾਂ। ਦੂਜੀ ਗੱਲ ਜਿਹੜੀ ਹੈਗੀ ਹੈ ਕਿ ਦੇਖੋ ਕੋਈ ਜਿਹੜੀ ਪਾਰਟੀ ਹੁੰਦੀ ਹੈ ਉਹ ਬੰਦਾ ਪਾਰਟੀ ਤੋਂ ਵੱਡਾ ਨਹੀਂ ਹੁੰਦਾ, ਇਹ ਆਪਾਂ ਸਾਰੇ ਮੰਨ ਕੇ ਚੱਲਦੇ ਹਾਂ। ਹਰ ਪਾਰਟੀ ਕਹਿੰਦੀ ਹੈ ਵੀ ਪਾਰਟੀ ਦਾ ਹੁਕਮ ਹੈ, ਬੰਦੇ ਦਾ ਹੁਕਮ ਤਾਂ ਨਹੀਂ ਕਹਿੰਦੇ। ਤੇ ਇਸੇ ਤਰ੍ਹਾਂ ਹੀ ਜਿਹੜੀ ਆਈਡੀਓਲੋਜੀ ਹੈ ਉਹ ਵੀ ਪਾਰਟੀ ਦੀ ਹੁੰਦੀ ਹੈ। ਉਹ ਇੰਡੀਵਿਜੂਅਲ ਜਿੰਨੀ ਦੇਰ ਉਹ ਜੀ ਆਪਾਂ ਸਮੇਂ ਦੇ ਲਿਹਾਜ਼ ਨਾਲ ਚੰਨੀ ਸਾਹਿਬ ਜਵਾਬ ਲੈ ਲਈਏ। ਮਠਾੜੂ ਸਾਹਿਬ ਇਸ ਮੁੱਦੇ ਤੇ ਕਹਿਣਾ ਚਾਹੁੰਦੇ ਆ। ਮਠਾੜੂ ਸਾਹਿਬ ਕੀ ਕਹੋਗੇ? ਚੰਨੀ ਸਾਹਿਬ ਦਾ ਕਹਿਣਾ ਹੈ ਕਿ ਉਹੀ ਪਾਰਟੀ ਹੈ ਜਿਹਦਾ 1996 ਤੋਂ ਲੈ ਕੇ ਆਪਣੀ ਸਾਂਝ ਰਹੀ ਹੈ ਤੇ ਹੁਣ ਉਸ ਪਾਰਟੀ ਤੋਂ ਆਪਾਂ ਪਾਸੇ ਚਲੇ ਗਏ ਆ ਤਾਂ ਹੁਣ ਆਪਾਂ ਨੂੰ ਲੱਗਦਾ ਹੈ ਕਿ ਉਹਦੀ ਆਈਡੀਓਲੋਜੀ ਕੋਈ ਨਹੀਂ। ਜੀ ਮੈਂ ਇਸੇ ਦਾ ਜਵਾਬ ਦੇਣਾ ਸੀ ਚੰਨੀ ਸਾਹਿਬ ਨੂੰ, ਇਸੇ ਦੀ ਜਵਾਬ ਦੇਣਾ ਸੀ। ਚੰਨੀ ਸਾਹਿਬ ਮੇਰੇ ਵੱਡੇ ਸਤਿਕਾਰਯੋਗ ਆ, ਇਹ ਮੇਰੇ ਤੋਂ ਪੁਰਾਣੇ ਵੀ, ਇਹਨਾਂ ਨੂੰ ਤਜਰਬਾ ਵੀ ਜ਼ਿਆਦਾ। ਇਹਨਾਂ ਨੂੰ ਪਤਾ 1996 ਦੇ ਵਿੱਚ ਪੰਜਾਬ ਦੇ ਹਾਲਾਤ ਸੀ ਜਿਹੜੇ ਕੀ ਬਣ ਗਏ ਸੀ। ਪੰਜਾਬ ਇੱਕ ਕਾਲੇ ਦੌਰ ਦੇ ਵਿੱਚੋਂ ਲੰਘਿਆ ਸੀ। ਪੰਜਾਬ ਦੀ ਬਦਨਾਮੀ ਕੀਤੀ ਗਈ, ਪੱਗ ਵਾਲੇ ਬੰਦੇ ਦੀ, ਸਰਦਾਰ ਦੀ ਬਦਨਾਮੀ ਕੀਤੀ ਗਈ ਪੂਰੀਆਂ ਸਟੇਟਾਂ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ। ਸਾਨੂੰ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਸ ਪਾੜੇ ਨੂੰ ਖਤਮ ਕਰਨ ਵਾਸਤੇ, ਉਸ ਜਿਹੜੀ ਸਾਡੇ ਦੇ ਧੱਬਾ ਲੱਗਿਆ ਸੀ ਕਿ ਪੰਜਾਬ ਦੇ ਵਿੱਚ ਤਾਂ ਪੱਗ ਵਾਲੇ ਬੰਦੇ ਦਾ ਅੱਤਵਾਦੀ ਹੁੰਦੇ ਆ, ਸਿੱਖ ਦਾ ਅੱਤਵਾਦੀ ਹੁੰਦੇ ਆ, ਉਸ ਸੋਚ ਨੂੰ ਖਤਮ ਕਰਨ ਵਾਸਤੇ ਸ਼੍ਰੀ ਅਟਲ ਬਿਹਾਰੀ ਵਾਜਪਾਈ ਜੀ ਜਿਹੜੇ ਭਾਜਪਾ ਦੇ ਸੀਗੇ, ਜਨਤਾ ਦਲ ਸੀ, ਉਹਦੇ ਨਾਲ ਸਮਝੌਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਇਸ ਕਰਕੇ ਕੀਤਾ ਸੀ, ਸ਼੍ਰੋਮਣੀ ਅਕਾਲੀ ਦਲ ਨੇ, ਕਿ ਭਾਈਚਾਰਕ ਸਾਂਝ ਅਗਰ ਰਹੂਗੀ ਪੰਜਾਬ ਦੇ ਵਿੱਚ ਸ਼ਾਂਤੀ ਬਣੂਗੀ ਔਰ ਪੰਜਾਬ ਦੇ ਵਿੱਚੋਂ ਇੱਕ ਚੰਗਾ ਮੈਸੇਜ ਆਊਗਾ ਦਿੱਲੀ ਤੱਕ। ਔਰ ਦਿੱਲੀ ਜਿਹੜਾ ਇੱਕ ਸੈਂਟਰ ਪੁਆਇੰਟ ਹੈ ਪੂਰੇ ਦੇਸ਼ ਦਾ, ਉੱਥੋਂ ਇੱਕ ਪੂਰੇ ਦੇਸ਼ ਦੇ ਵਿੱਚ ਮੈਸੇਜ ਆਊਗਾ ਕਿ ਨਹੀਂ ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਔਰ ਉਹ ਗਿਆ ਵੀ, ਤੁਹਾਨੂੰ ਵੀ ਪਤਾ ਹੈ, ਠੀਕ ਹੈ, ਤੁਸੀਂ ਪੋਲੀਟੀਕਲ ਸਟੇਟਮੈਂਟ ਦੇ ਦੋਗੇ, ਭਾਜਪਾ ਨੂੰ ਪ੍ਰੋਟੈਕਟ ਕਰਨ ਵਾਸਤੇ 100 ਕੁਝ ਕਹਿ ਦੋਗੇ, ਪਰ ਗੱਲ ਇਹੀ ਸੀ, ਇਹ ਸਮਝੌਤਾ ਇੱਕ ਭਾਈਚਾਰਕ ਸਾਂਝ ਨੂੰ ਕਾਇਮ ਕਰਨ ਵਾਸਤੇ, ਪੰਜਾਬ ਦੇ ਹਾਲਾਤ ਠੀਕ ਕਰਨ ਵਾਸਤੇ ਹੋਇਆ ਸੀ। ਪਰੰਤੂ ਹੁਣ ਜਦੋਂ ਨਰਿੰਦਰ ਮੋਦੀ ਜੀ ਔਰ ਜਿਹੜੀ ਹੁਣ ਦੀ ਭਾਜਪਾ, ਉਹਨਾਂ ਦੇ ਵਿੱਚ ਹੰਕਾਰ ਆ ਗਿਆ, ਉਹਨਾਂ ਨੇ ਪੰਜਾਬ ਦੇ ਹਿੱਤਾਂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਕਰਕੇ ਜਿਹੜਾ ਇਹ ਸਮਝੌਤਾ, ਠੀਕ ਹੈ ਸਮਝੌਤਾ ਸੀਗਾ, ਇਹ ਗੱਲ ਕਹੀ ਗਈ ਕਿ ਕਾਨੂੰਨ ਜਿਸ ਤਰ੍ਹਾਂ ਸਹਿਯੋਗੀ ਪਾਰਟੀ ਹੁੰਦੀ ਹੈ, ਭਾਜਪਾ ਜਿਹੜੀ ਪਾਰਟੀ ਸੈਂਟਰ ਦੇ ਵਿੱਚ ਸਰਕਾਰ ਸੀ, ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਲਾਹੇਵੰਦ ਨੇ, ਸਾਰਾ ਕੁਝ ਠੀਕ ਹੈ। ਉਹ ਠੀਕ ਹੈ, ਤੁਹਾਡੀ ਗੱਲ ਠੀਕ ਹੈ। ਸ਼੍ਰੋਮਣੀ ਅਕਾਲੀ ਦਲ ਨੇ ਵੀ ਭਾਰਤੀ ਜਨਤਾ ਪਾਰਟੀ ਦੇ ਪਿੱਛੇ ਲੱਗ ਕੇ ਇਹ ਬਿਆਨ ਦਿੱਤਾ, ਮੈਂ ਇਸ ਤੋਂ ਮੁਨਕਰ ਨਹੀਂ ਹੁੰਦਾ, ਉਸ ਦਾ ਅਸੀਂ ਖਮਿਆਜਾ ਵੀ ਭੁਗਤਿਆ, ਪਰੰਤੂ ਇਹਦਾ ਇਹ ਮਤਲਬ ਨਹੀਂ ਹੈ ਵੀ ਅਸੀਂ ਪੰਜਾਬ ਦੇ ਹਿੱਤਾਂ ਨੂੰ ਵੇਚ ਦਿਆਂਗੇ। ਅਗਰ ਕਿਸੇ ਨਾਲ ਸਮਝੌਤਾ ਹੈ ਤਾਂ ਪੰਜਾਬ ਦੇ ਹਿੱਤਾਂ ਨਾਲ, ਪੰਜਾਬ ਦੀ ਖੇਤਰੀ ਪਾਰਟੀ ਹੈ, ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਨਾਲ ਖੜਨਾ ਹੀ ਮੁਨਾਸਿਬ ਸਮਝਿਆ। ਉਹਦੇ ਵਿੱਚ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਵੇ, ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਫਾਇਦਾ ਹੋਵੇ, ਇਹ ਜਿਹੜਾ ਫਾਇਦਾ ਜਾਂ ਨੁਕਸਾਨ ਹੈ ਪੰਜਾਬ ਦੇ ਹਿੱਤਾਂ ਨਾਲ, ਪਰ ਸ਼੍ਰੋਮਣੀ ਅਕਾਲੀ ਦਲ ਸਮਝੌਤਾ ਨਹੀਂ ਕਰਦਾ। ਦੂਜੀ ਗੱਲ ਸਮਝੌਤੇ ਦੀ ਮੈਂ ਤੁਹਾਨੂੰ ਗੱਲ ਦੱਸੀ ਹੈ, ਉਹ ਭਾਈਚਾਰਕ ਸਮਝੌਤਾ ਸੀ, ਨਾ ਕਿ ਤੁਹਾਡੀ ਆਈਡੀਓਲੋਜੀ ਨਾਲ। ਜੀ ਮਠਾੜੂ ਸਾਹਿਬ ਤੁਹਾਡਾ ਵੀ ਬਣਾਏਗਾ। ਸੰਧੂ ਸਾਹਿਬ ਸਮੇਂ ਦੇ ਲਿਹਾਜ਼ ਨਾਲ ਤੁਹਾਡੇ ਕੋਲੋਂ ਕਮੈਂਟ ਜ਼ਰੂਰ ਲੈਣਾ ਚਾਹਾਂਗਾ, ਕਿਉਂਕਿ ਮਠਾੜੂ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਭਾਜਪਾ ਦੀ ਇਹ ਨੀਤੀ ਰਹੀ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਮੁਕਤ ਕੀਤਾ ਜਾਏ ਭਾਰਤ। ਇਸੇ ਕਰਕੇ ਜੇ ਆਪਾਂ ਅਮਰਿੰਦਰ ਦੀ ਗੱਲ ਕਰਦੇ ਹਾਂ, ਸੁਨੀਲ ਜਾਖੜ ਦੀ ਗੱਲ ਕਰਦੇ ਹਾਂ, ਉਹ ਕਹਿੰਦੇ ਆਗੂ ਗਏ ਹੀ ਗਏ ਆ, ਹੋਰ ਵੀ ਜਾ ਸਕਦੇ ਆ। ਸੰਧੂ ਸਾਹਿਬ ਗੱਲ ਇਹ ਆ ਵੀ ਭਾਜਪਾ ਨੂੰ ਨਾ ਐਕਚੁਅਲੀ ਸਾਡਾ ਪ੍ਰਧਾਨ ਰਾਜਾ ਵੜਿੰਗ ਜੀ ਨੇ ਜਦੋਂ ਦਾ ਸੰਭਾਲਿਆ ਅਹੁਦਾ, ਉਦੋਂ ਤਾਂ ਉਹ ਸਾਰੇ ਉਹਦੇ ਜਥੇਬੰਦੀ ਢਾਂਚਾ ਬਿਲਕੁਲ ਪਰਫੈਕਟ ਕਰਨਾ ਸ਼ੁਰੂ ਕਰਤਾ, ਚਾਹੇ ਜ਼ਿਲ੍ਹਾ ਪ੍ਰਧਾਨ ਸੀ, ਚਾਹੇ ਬਲਾਕ ਪ੍ਰਧਾਨ ਸੀ, ਜਾਂ ਹੋਰ ਸਪੋਕਸਪਰਸਨ ਸੀ, ਜਾਂ ਹੋਰ ਵੀ ਜਿਹੜੀਆਂ ਟੀਮਾਂ ਸੀ ਉਹਨਾਂ ਨੂੰ ਐਕਟਿਵ ਕਰਤਾ, ਔਰ ਕਾਂਗਰਸ ਦੇ ਵਿੱਚ ਬੜੇ ਨਵੇਂ ਤਰੀਕੇ ਨਾਲ ਜਾਣ ਪੈ ਗਏ। ਹੁਣ ਆਮ ਆਦਮੀ ਪਾਰਟੀ ਦਾ ਗ੍ਰਾਫ ਬਹੁਤ ਬੁਰੀ ਤਰ੍ਹਾਂ ਡਿੱਗ ਰਿਹਾ। ਬੀਜੇਪੀ ਚਾਹੁੰਦੀ ਸੀ ਵੀ ਮੈਂ ਵੀ ਪੰਜਾਬ ਦੇ ਵਿੱਚ, ਹਰ ਪਾਰਟੀ ਚਾਹੁੰਦੀ ਵੀ ਅਸੀਂ ਅੱਗੇ ਆਈਏ, ਕਿਉਂਕਿ ਇਹਨਾਂ ਦਾ ਅਕਾਲੀ ਦਲ ਨਾਲ ਜਿਹੜਾ ਵਿਖਰੇਵਾ ਖਤਮ ਹੋ ਗਿਆ, ਔਰ ਸ਼ੁਰੂ ਤੋਂ ਹੀ ਇਹ ਲੰਗੜੇਵਾਂਪਨ ਵਿਸਾਖੀਆਂ ਲੈ ਕੇ ਚੱਲਦੇ ਰਹੇ ਅਕਾਲੀ ਦਲ ਦੇ ਨਾਲ। ਹੁਣ ਇਹਨਾਂ ਨੂੰ ਲੜਨੀ ਪੈਣੀ ਇਲੈਕਸ਼ਨ ਇਕੱਲਿਆਂ, ਤੇ ਇਹਨਾਂ ਨੇ ਇਸੇ ਕਰਕੇ ਇਧਰੋਂ ਉਧਰੋਂ ਜਿਹੜੇ ਚਿਹਰੇ ਇਕੱਠੇ ਕੀਤੇ ਆ, ਤੇ ਇਹ ਇਲੈਕਸ਼ਨ ਲੜਨ ਦੇ ਵਿੱਚ ਚਾਹਵਾਨ ਨੇ। ਇਹ ਸਾਰੇ ਹੱਥਕੰਡੇ ਅਪਣਾਏ ਜਾ ਰਹੇ ਨੇ, ਪਰ ਮੈਂ ਫੇਰ ਹੈਂਡ ਚ ਉਹੀ ਕਹਾਂਗਾ, ਇਹ ਨਹੀਂ ਅਪਣਾ ਸਕਦੇ, ਨਹੀਂ ਇਹ ਕਾਂਗਰਸ ਤੇ ਜਿਹੜੀ ਕਾਂਗਰਸ ਨੂੰ ਮੁਕਤ ਕਰ ਸਕਦੇ। ਪੰਜਾਬ ਦੇ ਵਿੱਚ ਕਾਂਗਰਸ ਜਿੱਤੇਗੀ,
101% ਜਿੱਤੇ ਨਹੀਂ, ਇਹ ਇੱਕ ਥੈਂਕ ਯੂ ਤੁਹਾਡਾ ਆਪਣੀ ਜਗ੍ਹਾ ਉੱਤੇ ਦਾਵਾ। ਚੰਨੀ ਸਾਹਿਬ, ਲਾਸਟ ਕਮੈਂਟ ਇਸ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਹੀ ਲੈਣਾ ਚਾਹਾਂਗਾ, ਕਿਉਂਕਿ ਮਠਾੜੂ ਸਾਹਿਬ ਨੇ ਇਹ ਗੱਲ ਵੀ ਕਹੀ ਹੈ ਕਿ ਕਿਉਂਕਿ ਸਮਝੌਤਾ 'ਚ ਟੁੱਟਣ ਦੀ ਆਪਾਂ ਗੱਲ ਕਰੀਏ, ਪੰਜਾਬ ਦੇ ਹਿੱਤਾਂ ਨਾਲ ਕਹਿੰਦੇ ਧੋਖਾ ਕੀਤਾ ਗਿਆ, ਇਸ ਕਰਕੇ ਸਮਝੌਤਾ ਜਿਹੜਾ ਹੈਗਾ ਟੁੱਟਿਆ, ਹੋਰ ਕੋਈ ਵਜ੍ਹਾ ਨਹੀਂ ਹੋ ਸਕਦੀ। ਬਾਕੀ ਜਿੱਤੇ ਦੇ ਦਾਵੋ ਆਪਣੀ ਜਗ੍ਹਾ ਦੇ ਉੱਤੇ ਕਾਇਮ ਹੈ। ਦੇਖੋ, ਪਹਿਲਾਂ ਤਾਂ ਇਹ ਕਹਿੰਦੇ ਵੀ ਉਦੋਂ ਸਮਾਂ ਮਾੜਾ ਸੀ ਜਦੋਂ ਅਸੀਂ ਸਮਝੌਤਾ ਕੀਤਾ, ਤੇ ਉਦੋਂ ਮੁੜ ਕੇ ਦੇਖੋ 24 ਸਾਲ ਰਿਹਾ ਸਮਝੌਤਾ, ਹਾਲਾਤ ਤਾਂ ਠੀਕ ਹੋ ਗਏ ਪਰ ਇਹਨਾਂ ਦੇ ਵਿੱਚ ਕੋਈ ਬਦਲਾਵ ਨਹੀਂ ਆਇਆ। ਤੇ ਜਦੋਂ ਇਹ ਵੀ ਦੇਖੋ ਵੀ 2 ਸੀਟਾਂ ਹੋਣ ਜਿੱਤੀਆਂ, ਤੇ ਉਹਦੇ ਨਾਲ ਵੀ ਕੈਬਨਿਟ ਮਿਨਿਸਟਰਸ਼ਿਪ ਦੀ ਨਾ ਤੁਸੀਂ ਹਾੜਾ ਪਾਇਆ ਹੋਵੇ ਵੀ ਸਾਨੂੰ ਇੱਕ ਤਾਂ ਦੇ ਦਿਓ, ਤੇ ਉਹ ਵੀ ਪਰਿਵਾਰਕ ਹੋਵੇ, ਇਦੋਂ ਵੱਡੀ ਗੱਲ ਕੀ ਹੋ ਸਕਦੀ ਹੈ? ਇੱਕ ਗੱਲ। ਦੂਜੀ ਗੱਲ ਇਹ ਹੈਗੀ ਹੈ ਕਿ ਜਿਹੜੇ ਕਾਂਗਰਸ ਦੀ ਗੱਲ ਕਰ ਰਹੇ ਮੇਰੇ ਵੀਰ ਸੰਧੂ ਸਾਹਿਬ, ਦੇਖੋ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਪ੍ਰਧਾਨ ਕਿੰਨੇ ਆ। ਕੈਪਟਨ ਸਾਹਿਬ ਵੇਲੇ ਜਿੰਨੀ ਦੇਰ ਉਹ ਰਹੇ ਇਹ ਪਾਰਟੀ ਵੱਜੀ ਰਹੀ, ਜਦੋਂ ਉਹਨਾਂ ਨੂੰ ਕੱਢਿਆ ਇਹ ਪਾਰਟੀ ਪੂਰੀ ਖਿਲ ਗਈ, ਜਿਵੇਂ ਆਪਾਂ ਕਹਿੰਦੇ ਨਾ ਪਸੇਰੀ ਲੱਡੂਆਂ ਦੀ ਪਸੇਰੀ। ਕਾਂਗਰਸ ਦੇ ਹਾਲਾਤ ਤੇ ਕਿਸੇ ਵੇਲੇ ਜਿੱਦਾਂ ਆਪਾਂ ਭਾਜਪਾ ਦੀ ਗੱਲ ਕਰ ਰਹੇ ਹਾਂ, ਫੇਰ ਗੱਲ ਕਰ ਲਾਂਗੇ, ਹੁਣ ਸਮਾਂ ਨਹੀਂ ਹੈ, ਆਪਣੀ ਗੱਲ ਮੁਕੰਮਲ ਕਰੋ ਸੰਖੇਪ ਦੇ ਵਿੱਚ। ਹਾਂ, ਤੇ ਉਹ ਇਸ ਕਰਕੇ ਮੈਂ ਕਹਿ ਰਿਹਾ ਕਿ ਅਸੀਂ ਆਪਦੀ ਜਿਹੜੀ ਹੋਂਦ ਹੈ ਉਹਨੂੰ ਬਣਾਉਣਾ ਹੈ, ਅੱਗੇ ਲਿਜਾਣਾ ਹੈ, ਪ੍ਰਫੁੱਲਤ ਕਰਨਾ ਹੈ, ਔਰ ਦ੍ਰਿੜ ਹੈ। ਇਹ ਜਿਹੜੇ ਕਹਿੰਦੇ ਆ ਨਾ ਕਿ ਹੋਣਾ ਹੀ ਨਹੀਂ, ਇਹਨਾਂ ਦੇ ਸਾਹਮਣੇ ਆ ਜਾਣੀ ਹੈ ਵੀ ਕੀ ਹੋ ਰਿਹਾ। ਔਰ ਬੀਜੇਪੀ ਵਰਗੀ ਪਾਰਟੀ ਹੈ ਦੁਨੀਆ ਦੇ ਵਿੱਚ ਵੱਡੀ ਹੈ। ਜੀ ਥੈਂਕ ਯੂ। ਹਾਂ, ਥੈਂਕ ਯੂ ਮਠਾੜੂ ਸਾਹਿਬ। ਅਕਾਲੀ ਦਲ ਬਾਰੇ ਕਮੈਂਟ ਦਿੱਤੇ ਗਏ ਆ, ਮੈਂ 2 ਲਾਈਨਾਂ ਦਾ ਕਮੈਂਟ ਤੁਹਾਡੇ ਤੋਂ ਜ਼ਰੂਰ ਲੈਣਾ ਚਾਹਾਂਗਾ, ਕਿਉਂਕਿ ਅਕਾਲੀ ਦਲ ਬਾਰੇ ਗੱਲ ਕਹੀ ਗਈ ਹੈ। ਸਿੱਧੂ ਸਾਹਿਬ, ਪਤਾ ਕੀ ਹੈ, ਇਹ ਕਹਿੰਦੇ 2 MP ਸੀ, ਇਹ ਤਾਂ ਫਿਰ ਇਹਨਾਂ ਨੇ ਦੇਖਣਾ ਸੀ ਨਾ ਭਾਜਪਾ ਨੇ ਕਿ ਚਿਹਰਾ ਇਹ ਇਹਨਾਂ ਦੀ ਇਹ ਲੱਖ ਗਈ ਜਾਣ, ਅਕਾਲੀ ਦਲ ਨੇ ਮੰਗ ਕੇ ਲਿਆ, ਜੇ ਕਰਿਆ ਉਹ ਕਰਿਆ, ਇਹਨਾਂ ਗੱਲਾਂ 'ਚ ਕੋਈ ਦਮ ਨਹੀਂ ਹੈ। ਇਹਨਾਂ ਦੀ ਮਜਬੂਰੀ ਸੀ ਇੱਕ ਸਿੱਖ ਚਿਹਰਾ ਜਿਹੜਾ ਹੈਗਾ ਪੂਰੇ ਦੇਸ਼ ਦੇ ਵਿੱਚ ਮੈਸੇਜ ਦੇਣ ਵਾਸਤੇ, ਕਿਉਂਕਿ ਪੂਰੇ ਦੇਸ਼ 'ਚੋਂ ਸਿੱਖਾਂ ਦੀਆਂ ਵੋਟਾਂ ਚਾਹੀਦੀਆਂ ਨਾ ਇਹਨਾਂ ਨੂੰ। ਇੱਕ ਸਿੱਖ ਚਿਹਰਾ ਔਰ ਬੀਬਾ ਹਰਸਿਮਰਤ ਕੌਰ ਇੱਕ ਨਾਮੀ ਚਿਹਰਾ ਨੇ, ਇਹਨਾਂ ਨੇ ਇਸ ਕਰਕੇ ਮੰਤਰੀ ਬਣਾ ਕੇ ਰੱਖਿਆ ਸੀ, ਨਾ ਕਿ ਇਹਨਾਂ ਤੋਂ ਕੋਈ ਮਿੰਤਾ ਕਰਕੇ। ਨਹੀਂ, ਬੀਬਾ ਹਰਸਿਮਰਤ ਕੌਰ ਇਸ ਕਰਕੇ ਇਹਨਾਂ ਨੇ ਰੱਖਿਆ, ਇੱਕ ਤਾਂ 2 ਕਵਰ ਹੁੰਦੀ ਸੀ ਨਾ ਗੱਲ, ਇੱਕ ਤਾਂ ਇਸਤਰੀ ਵਾਲੀ ਗੱਲ ਹੁੰਦੀ ਸੀ ਕਿ ਔਰਤ ਨੂੰ ਜਿਹੜਾ ਹੈਗਾ ਸਨਮਾਨ ਦਿੱਤਾ, ਦੂਜੇ ਪਾਸੇ ਸਿੱਖ ਚਿਹਰਾ ਔਰ ਇੱਕ ਔਰਤ ਹੋਣ ਦੇ ਨਾਤੇ ਇਹਨਾਂ ਨੇ ਦੋਨੇ ਗੱਲਾਂ ਨੂੰ ਕਵਰ ਕਰਨ ਵਾਸਤੇ ਪੂਰੇ ਦੇਸ਼ ਚੋਂ ਸਿੱਖਾਂ ਦੀਆਂ ਤੇ ਜਿਹੜੀਆਂ ਸਿੱਖ ਔਰਤ ਨੂੰ ਅੱਗੇ ਲਿਆਉਣ ਵਾਸਤੇ ਇਹਨਾਂ ਨੇ ਇਸ ਕਰਕੇ ਮਿਨਿਸਟਰੀ ਦਿੱਤੀ ਹੋਈ ਸੀ। ਇਹ ਹੁਣ ਲੱਕ ਗਈ ਜਾਣ, ਕੋਈ ਮਿੰਨਤਾਂ ਕਰਦੇ ਤਰਲੇ। ਸੋ ਇਹ ਤਾਂ ਪਾਰਟੀਆਂ ਦੇ ਪ੍ਰੋਪੇਗੰਡੇ ਹੁੰਦੇ, ਆਪਾਂ ਸਾਰੇ ਜਾਣਦੇ ਹਾਂ। ਜੀ ਬਹੁਤ ਬਹੁਤ ਮਿਹਰਬਾਨੀ। ਸਾਰੇ ਮਹਿਮਾਨਾਂ ਦਾ ਧੰਨਵਾਦ ਜਿਹੜੇ ਬੇਨਤੀ ਪ੍ਰਵਾਨ ਕਰਕੇ ਆਏ। ਪੰਜਾਬ ਦਾ ਵੱਡਾ ਤੇ ਸੰਵੇਦਨਸ਼ੀਲ ਮੁੱਦਾ, ਉਸ ਮੁੱਦੇ ਤੇ ਮਹਿਮਾਨਾਂ ਦੀ ਆਪਣੀ ਰਾਏ ਹੋ ਸਕਦੀ ਹੈ, ਪਰ ਇਹਦੇ ਬਾਰੇ ਸਾਰਿਆਂ ਦੀ ਸਰਬਸੰਮਤੀ ਹੈ ਕਿ ਸਾਹਿਬਜ਼ਾਦਿਆਂ ਦਾ ਸ਼ਹਾਦਤ ਦਿਹਾੜਾ ਦੁਨੀਆ ਭਰ 'ਚ ਲੱਖਾਂ ਸ਼ਰਧਾਲੂਆਂ ਵੱਲੋਂ ਨਤਮਸਤਕ ਹੋ ਕੇ ਮਨਾਇਆ ਜਾ ਰਿਹਾ ਹੈ। ਸ਼ਹਾਦਤ ਪ੍ਰਤੀ ਆਪਣੇ ਸ਼ਰਧਾ ਦੇ ਪ੍ਰਗਟਾਵੇ ਕੀਤੇ ਜਾ ਰਹੇ ਹੈ। ਜਿੱਥੋਂ ਤੱਕ ਸਵਾਲ ਹੈ ਰਾਜਸੀ ਧਿਰਾਂ ਦਾ, ਭਾਜਪਾ ਬਾਰੇ ਜੋ ਸਵਾਲ ਉੱਠ ਰਿਹਾ ਹੈ ਕਿ ਕੀ ਭਾਜਪਾ ਸਿੱਖ ਚਿਹਰੇ ਚਾਹੇ ਕਾਂਗਰਸ 'ਚੋਂ ਲੈ ਰਹੇ ਹੈ ਚਾਹੇ ਅਕਾਲੀ ਦਲ 'ਚੋਂ ਰਹੇ ਹੈ, ਪੰਜਾਬ 'ਤੇ ਨਜ਼ਰਾਂ ਨਰਿੰਦਰ ਮੋਦੀ ਦੀਆਂ ਟਿਕੀਆਂ ਹੋਈਆਂ। ਵਿਰੋਧੀ ਧਿਰਾਂ ਦੀਆਂ ਵੀ ਇਸ ਸਵਾਲ ਦੇ ਉੱਤੇ ਚੁਣੌਤੀਆਂ। ਆਉਣ ਵਾਲਾ ਸਮਾਂ ਦੱਸੇਗਾ ਕਿ ਕੌਣ ਕਿਸ 'ਤੇ ਨਜ਼ਰਾਂ ਟਿਕਾਉਂਦਾ ਹੈ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਮਹਿਮਾਨਾਂ ਦਾ ਜਿੱਥੇ ਧੰਨਵਾਦੀ ਹੈ, ਮਹਿਮਾਨਾਂ ਦੇ ਨਾਲ ਹੀ ਆਪਾਂ ਤੁਹਾਡੇ ਕੋਲ ਵੀ ਲੈ ਰਹੇ ਹਾਂ ਇਜਾਜ਼ਤ। ਸਤਿ ਸ੍ਰੀ ਅਕਾਲ।